बोले सोनिहार सत श्री अकाल। श्री नानक अंगद गुरु अमरदास पाद बंद रामदास अर्जुन गुरु बर श्री हर गोबिंद हर राय हर कृष्ण गुर तेग बहादुर चंद दसवें गोबिंद सिंह गुर नमो चरण अरविंद जिसमें अमृत ज्ञान है माणक भगत बैराग गुरु ग्रंथ साहिब उद्दत बंदों कर अनुराग एक ओंकार सतगुरु ते प्रसाद सच होए वाहिगुरु जी की फतेह है विघ्न बनासन सोए। वाहिगुरु जी का खालसा वाहिगुरु जी की फतेह। गुरु रूप गुरु खालसा साध संगत जी प्रबंधक वीरां दे कहण मुताबक आप जी ने 20 साल पहला इस अस्थान ते धन गुरु ग्रंथ सच्चे पातशाह का प्रकाश किया। ये थां थां ना रहा, इनू असीं पावन अस्थान करके सत्कार देने हाँ। जगह पहला भी सी, जगह अज भी है, लेकिन पावन गुरु ग्रंथ सच्चे पातशाह के प्रकाश नाल हुई। मैं समय दे विच एक नुकता तुहाडे नाल साझा करना है। सवाल करन वाले सवाल करते हैं ज्ञानी जी, गुरु ग्रंथ सच्चे पातशाह के प्रकाश नूं बहुता लंबा समा नहीं होया, अजे 400 साल के करीब होया, थोड़ा जिहा वध घट। लेकिन गुरु ग्रंथ सच्चे पातशाह के आगमन तो पहला वेद सन, शास्त्र सन, पुराण सन, कुरान सी, बाइबल ते गीता ने। लेकिन गुरु ग्रंथ सच्चे पातशाह का विशेष वाधा की है। असीं गुरु के सिख होने के नाते पढ़ते हैं गुरबाणी इस जग में चानण कर्म वसे मन आए। गुरु की बाणी संसार विच चानण है, जिन्हां दे कर्म चंगे ने उन्हां दे हृदय विच वसदी है। इहदे च होर नुकता भी भाई साहब गुरु की बाणी चानना है कि पहला चानण नहीं सी। ਇਹਦਾ जवाब गुरमुखो साडे कोल ਇਹ है। ਆਪਾਂ ਸਾਰਿਆਂ ਨੇ ਵੇਖਿਆ ਆ, ਕਈ ਤਾਂ ਬੱਚੇ ਛੋਟੇ ਨੇ, ਪਰ ਮੇਰੀ ਆਪਣੀ ਸੰਭਾਲ ਵਿੱਚ ਇਹ ਬਿਜਲੀ ਆਈ ਤੇ ਮੈਂ ਚੌਥੀ ਜਮਾਤ ਤੱਕ ਦੀਵੇ ਦੀ ਚਾਨਣ ਨਾਲ ਪੜ੍ਹਦਾ ਰਿਹਾ। ਮਿੱਟੀ ਦੇ ਤੇਲ ਦੇ ਦੀਵੇ, ਸਰੋਂ ਦੇ ਤੇਲ ਦੇ ਦੀਵੇ, लेकिन अज बिजली के होने करके कोई सरों के तेल के दीवे तो मिट्टी के तेल के दीवे नहीं जगाता। इसे करके गुरु ग्रंथ सच्चे पातशाह के आगमन तो पहला चानण सी, लेकिन फर्क सी की सी, जिहड़ा मिट्टी के तेल का दीवा ना वो जिहड़े दुआखे में जगाइए वो थां नूं काला कर दिंदा है। सरों के तेल का दीवा हवा आई तो बुझ गया, लेकिन
ਬਿਜਲੀ ਦਾ ਦੀਵਾ ਜਗਦਾ, ਬਲਬ ਕਹਿ ਲਓ, ਟਿਊਬ ਕਹਿ ਲਓ, ਹੋਰ ਕੋਈ ਸਾਧਨ ਕਹਿ ਲਓ, ਉਹਦੀ ਕਾਲਖ ਨਹੀਂ। ਮੈਂ ਬੇਨਤੀ ਕੀਤੀ ਵੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਤੋਂ ਪਹਿਲਾਂ ਧਰਮ ਗ੍ਰੰਥ ਸਨ, ਕੋਈ ਸ਼ੱਕ ਨਹੀਂ, ਉਹ ਚਾਨਣ ਵੀ ਕਰਦੇ ਸਨ, ਪਰ ਉਹਨਾਂ ਦਾ ਚਾਨਣ ਸੀਮਤ ਸੀ। ਸੀਮਤ ਕੀ? ਕੁਰਾਨ ਕੇਵਲ ਤੇ ਕੇਵਲ ਮੁਸਲਮਾਨ ਪੜ੍ਹਦੇ ਹਨ। 2022 ਸਾਲ ਚੱਲ ਰਿਹਾ ਹੈ, ਮੁਸਲਮਾਨਾਂ ਦਾ ਬੱਚਾ ਰਾਮ ਦਾ ਨਾਮ ਲੈ ਦੇ ਤੇ ਉਹ ਕਹਿੰਦੇ ਤੂੰ ਕਾਫਰ ਹੋ ਗਿਆ। ਮੁਸਲਮਾਨਾਂ ਦਾ ਬੱਚਾ ਰਾਮ ਦਾ ਨਾਮ ਨਹੀਂ ਲੈਂਦਾ। ਹਿੰਦੂਆਂ ਦਾ ਬੱਚਾ ਉਹ ਅੱਲਾਹ ਤਾਲਾ ਤੇ ਕੁਰਾਨ ਦਾ ਜ਼ਿਕਰ ਨਹੀਂ ਕਰੇਗਾ। ਕੋਈ ਰਾਮ ਨਾਲ ਜੁੜ ਗਿਆ, ਕੋਈ ਅੱਲਾਹ ਨਾਲ ਜੁੜ ਗਿਆ। ਵੇਦ ਮਹਾਨ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਵੇਦ ਕਤੇਬ ਇਫਤਰਾ ਭਾਈ ਨਾਲ ਸੁਚੇਤ ਕੀਤਾ ਹੈ, ਦਿਲ ਕਾ ਫਿਕਰ ਨਾ ਜਾਏ। ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਵੇਦ ਮਹਾਨ ਨੇ, ਲੇਕਿਨ ਵੇਦਾਂ ਦਾ ਪਾਠ ਨੀਵੀਂ ਜਾਤੀ ਵਾਲੇ ਨੂੰ ਕਰਨ ਦਾ ਹੱਕ ਨਹੀਂ। ਮੈਂ ਇਹਦੀ ਪੁਸ਼ਟੀ ਪੰਜਾਬੀ ਯੂਨੀਵਰਸਿਟੀ ਵਾਲੇ ਭਰਾਵਾਂ ਨੇ ਵਾਲਮੀਕੀ ਰਾਮਾਇਣ ਛਪਾਈ ਹੈ, ਉਹਦੇ ਵਿੱਚੋਂ ਪੜ੍ਹੀ ਕਿ ਇੱਕ ਨੀਵੀਂ ਜਾਤੀ ਵਾਲਾ ਕਾਕਾ ਖੂਹ ਵਿੱਚ ਲੰਮਕ ਕੇ ਰੱਬ ਦਾ ਨਾਂ ਲੈਂਦਾ ਤੇ ਉਹਦਾ ਸਿਰ ਕਲਮ ਕੀਤਾ ਗਿਆ ਵੀ ਤੈਨੂੰ ਹੱਕ ਕੀ ਹੈ। ਵੇਦਾਂ ਦਾ ਪਾਠ ਬ੍ਰਾਹਮਣ ਕਰਦਾ, ਕਸ਼ਤਰੀ ਸੁਣਦਾ, ਵੈਦ ਸੁਣਦਾ, ਲੇਕਿਨ ਸ਼ੂਦਰ ਦੇ ਬੱਚੇ ਨੂੰ ਉਹਦਾ ਪਾਠ ਕਰਨ ਦਾ ਕੋਈ ਹੱਕ ਨਹੀਂ। ਮੁਸਲਮਾਨ ਭਰਾ ਆਪਾਂ ਨੂੰ ਮਿਲਦੇ, ਤੁਸੀਂ ਕਿਤੇ ਨਿਰਣਾ ਕਰਨਾ, ਉਹਨਾਂ ਦੀ ਤਸਬੀਹ ਦੇ 100 ਮਣਕੇ ਨੇ, 100 ਮਣਕੇ। ਕਾਰਨ ਅੱਲਾ ਦਾ 100 ਨਾਮ ਹੈ, ਇਹਦੇ ਤੋਂ ਬਾਕੀ ਦੇ ਜਿੰਨੇ ਇਨਾਮ ਨੇ ਉਹ ਗਲਤ ਨੇ, ਉਹ ਠੀਕ ਨਹੀਂ, ਪ੍ਰਵਾਨਿਤ ਨਹੀਂ। ਕੋਈ 100 ਵਿੱਚ ਵੱਜ ਗਿਆ, ਕਿਸੇ ਰਾਮ ਤੇ ਅੱਲਾ ਵਿੱਚ ਭੇਦ ਕਰ ਲਿਆ, ਲੇਕਿਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਨੂਰ ਕਿਉਂ ਮਹਾਨ ਹੈ? ਇਹ ਕਹਿੰਦਾ ਅਵਲ ਅੱਲਾ ਨੂਰ ਅਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕਮਨ ਭਲੇ ਕੋ ਮੰਦੇ, ਲੋਗਾ ਭਰਮ ਨਾ ਭੁੱਲੋ ਭਾਈ। ਹੇ ਭਰਾਓ, ਭਰਮਾਂ ਵਿੱਚ ਨਾ ਪਾਓ। ਅੱਲਾ ਦੇ ਨੂਰ ਕਰਕੇ ਹੀ ਇਹ ਸ੍ਰਿਸ਼ਟੀ ਬਣੀ ਹੈ। ਜਿਹਨੂੰ ਹਿੰਦੂ ਭਰਾਵਾਂ ਨੇ ਜੋਤ ਆਖਿਆ, ਜਿਹਨੂੰ ਮੁਸਲਮਾਨ ਭਰਾਵਾਂ ਯਹੂਦੀਆਂ ਤੇ ਈਸਾਈਆਂ ਨੇ ਨੂਰ ਕਿਹਾ, ਉਹ ਨੂਰ ਕੀ ਹੈ? ਕੁਰਬਾਨੀ ਇਸ ਜਗ ਮੈਂ ਚਾਨਣ ਕਰਮ ਵਸੇ ਮਨਾਏ। ਗੁਰੂ ਕੀ ਬਾਣੀ ਕਿਸੇ ਵਿਸ਼ੇਸ਼ ਫਿਰਕੇ ਵਾਸਤੇ, ਇਕੱਲੇ ਵਾਸਤੇ ਨਹੀਂ। ਮੁਸਲਮਾਨ ਆਇਆ ਤੇ ਉਹਨੂੰ ਇਹ ਨਹੀਂ ਆਖਿਆ ਵੀ ਤੂੰ ਆਪਣਾ ਧਰਮ ਛੱਡ ਦੇ, ਉਹਨੂੰ ਪਿਆਰ ਦਿੱਤਾ ਤੇ ਮੁਸਲਮਾਨ ਨੂੰ ਆਵਾਜ਼ ਮਾਰ ਕੇ ਆਖਿਆ, ਪੁੱਤਰਾ ਜੇ ਮੁਸਲਮਾਨ ਬਣਿਆ ਤੇ ਅਸਲੀ ਬਣੀ। ਜਗਿਆਸੂ ਨੇ ਬੇਨਤੀ ਕੀਤੀ, ਮਹਾਰਾਜ ਮੈਂ ਸਮਝਿਆ ਨਹੀਂ, ਅਸਲੀ ਮੁਸਲਮਾਨ ਤੋਂ ਭਾਵ? ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਧੋਵੇ, ਦੁਨੀਆ ਰੰਗ ਨਾ ਆਵੇ ਨੇੜੇ, ਜੋ ਕੁਸਮ ਪਾਟ ਕਿਉ ਪਾ ਘਰਾ। ਕਹਿੰਦੇ ਜੇ ਮੁਸਲਮਾਨ ਹੈ ਨਾ, ਮੋਮ ਦਿਲ ਬਣਿਆ ਸੀ। ਸਾਡੇ ਇਤਿਹਾਸ ਵਿੱਚ ਮੋਮ ਦਿਲ ਕਦੇ ਮਲੇਲ ਕੋਲਡੇ ਦਾ ਨਵਾਬ ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਨਾ, ਤੇ ਮਲੇਰ ਕੋਟਲੀਏ ਨਵਾਬ ਨੇ ਵਜ਼ੀਰ ਖਾਨ ਨੂੰ ਆਖਿਆ ਵੀ ਤੇਰਾ ਰਾਜ ਹੁਣ ਨਹੀਂ ਰਹਿਣਾ। ਕਿੱਥੇ ਲਿਖਿਆ ਵੀ ਸ਼ੀਰ ਖੁਰ ਬੱਚਿਆਂ ਨੂੰ ਨੀਹਾਂ ਵਿੱਚ ਚਿਣਿਆ ਜਾਏ? ਮੋਮ ਦਿਲ ਹੈ ਮੁਸਲਮਾਨ। ਮੁਸਲਮਾਨ
ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਧੋਵੈ। ਤੇ ਅੰਦਰ ਦੀ ਮੈਲ ਕਿਵੇਂ ਧੋਤੀ ਜਾਵੇਗੀ? ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇ ਕੇ ਰੰਗ। ਦੁਨੀਆ ਰੰਗ ਨਾ ਆਵੇ ਨੇੜੇ, ਜਿਉਂ ਕੁਸਮ ਪਾਟ ਘਿਓ ਪਾ ਘਰਾ। ਜਿਵੇਂ ਆਪਾਂ ਸ਼ੁੱਧ ਘਿਓ ਵੇਨੇ ਆ ਨਾ, ਲਾਈਟ ਹਰਿਆ ਜਿਹਾ ਰੰਗ ਹੁੰਦਾ ਹੈ, ਕਹਿੰਦੇ ਇਸ ਪ੍ਰਕਾਰ ਗੁਰਮੁਖਾ ਤੇਰਾ ਰੰਗ ਚਾਹੀਦਾ, ਬਿਲਕੁਲ ਸਾਫ ਵਿੱਚ ਛਿੜੀ ਨਹੀਂ ਚਾਹੀਦੀ। ਬਾਬੇ ਫਰੀਦ ਦੀ ਪਾਵਨ ਬਾਣੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਵਿੱਚ ਦਰਜ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਦੇ ਨਾ, ਬੇਨਤੀ ਕੀਤੀ ਹੈ, ਕਈਆਂ ਨੇ ਵੰਡਿਆ, ਲੇਕਿਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਨ ਕਿਉਂ? ਇਹ ਸਾਨੂੰ ਵੰਡਦਾ ਨਹੀਂ, ਸਾਨੂੰ ਜੋੜਦਾ ਹੈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ 'ਚ ਬਾਬੇ ਸ਼ੇਖ ਫਰੀਦ ਦੀ ਬਾਣੀ ਜਿਹੜਾ ਪੱਕਾ ਨਵਾਜੀ ਹੈ, ਇੰਨਾ ਕੱਟੜ ਹੋਇਆ ਬਾਬਾ ਸ਼ੇਖ ਫਰੀਦ ਆਪਣੇ ਮੱਤ ਵਿੱਚ। ਉਹ ਕਹਿੰਦਾ, ਫਰੀਦਾ ਬੇਨਵਾਜਾ ਕੁੱਤਿਆ, ਇਹ ਨਾ ਭਲੀ ਰੀਤ ਕਬਹੀ ਚਾਲਨ ਆਇਆ, ਪੰਜੇ ਵਕਤ ਮੁਸੀਤ। ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਮੱਥਾ ਟੇਕਦੇ ਹਾਂ ਤੇ ਬਾਬੇ ਸ਼ੇਖ ਫਰੀਦ ਅੱਗੇ ਮੱਥਾ ਵੀ ਟੇਕਦੇ ਹਾਂ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਬ੍ਰਾਹਮਣ, ਜਲਾਹਾ, ਚਮਿਆਰ ਕਿਸੇ ਪ੍ਰਕਾਰ ਦਾ ਵਿਤਕਰਾ ਨਹੀਂ, ਉਹਨਾਂ ਨੂੰ ਰੱਬ ਕਰਕੇ ਸਤਿਕਾਰ ਦਿੱਤਾ, ਰੱਬ ਦਾ ਪਿਆਰੇ ਜਾਣ ਕਰਕੇ। ਜੈ ਦੇ ਬ੍ਰਾਹਮਣ। ਬਾਬਾ ਕਬੀਰ ਜੀ ਜਲਾਇਆ, ਬਾਬਾ ਰਵਿਦਾਸ ਜੀ ਜਿਹੜੇ ਚਮੜੇ ਦਾ ਕੰਮ ਕਰਦੇ ਨੇ, ਇਹ ਨਹੀਂ ਅਸੀਂ ਕਹਿੰਦੇ ਵੀ ਫਲਾਣਾ ਭਗਤ ਛੋਟਾ ਤੇ ਫਲਾਣਾ ਵੱਡਾ, ਸਾਰੇ ਇੱਕ ਪਰਮੇਸ਼ਰ ਸਰੂਪ ਹਨ। 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਦਰਜ ਹੈ। ਇਸ ਕਰਕੇ ਗੁਰਮੁਖੋ, ਇਹ ਆਪਾਂ ਗੁਰਦੁਆਰੇ ਨੂੰ ਪਾਵਨ ਸਥਾਨ ਤਾਂ ਕਹਿੰਦੇ, ਇਹ ਸਾਰਿਆਂ ਨੂੰ ਪਵਿੱਤਰ ਕਰਦਾ, ਸਾਰਿਆਂ ਨੂੰ। ਗੱਲ ਮੈਂ ਕਰ ਰਿਹਾ ਸਾਂ ਚਾਨਣ ਦੀ। ਬਿਜਲੀ ਦਾ ਚਾਨਣ ਹੁੰਦਿਆਂ ਹੋਇਆਂ ਆਪਾਂ ਮਿੱਟੀ ਦੇ ਤੇਲ ਦੇ ਦੀਵੇ ਨਹੀਂ ਜਗਾਉਂਦੇ, ਆਪਾਂ ਸਰੋਂ ਦੇ ਤੇਲ ਦੇ ਦੀਵੇ ਨਹੀਂ ਜਗਾਉਂਦੇ। ਮੈਂ ਨਾਲ ਹੀ ਬੇਨਤੀ ਕੀਤੀ ਹੈ, ਕਾਲਖ ਕੀ ਹੈ? ਕੁਰਾਨ ਕੇਵਲ ਤੇ ਕੇਵਲ ਮੁਸਲਮਾਨਾਂ ਦਾ ਹੱਕ ਹੈ ਤੇ ਬਾਕੀ ਨਹੀਂ ਪੜ੍ਹਦੇ। ਜਿਹੜੇ ਵੇਦ ਨੇ ਉਹਨਾਂ ਦੀ ਵਿਆਖਿਆ ਕੇਵਲ ਤੇ ਕੇਵਲ ਬ੍ਰਾਹਮਣ ਕਰਦਾ ਹੈ, ਕਿਸੇ ਨੀਵੇਂ ਨੂੰ ਵਿਆਖਿਆ ਕਰਨ ਦਾ ਹੱਕ ਨਹੀਂ। ਲੇਕਿਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕੌਣ ਨੇ? ਕਹਿੰਦੇ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਧ, ਵੱਡਿਆਂ ਸਿਉ ਕਿਆ ਰੀਸ। ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ। ਜਿਹੜੇ ਨੀਵਿਆਂ ਤੋਂ ਨੀਵੇਂ, ਮੈਂ ਉਹਨਾਂ ਦਾ ਯਾਰ ਹਾਂ। ਗੱਲ ਕਹਿਣੀ ਬੜੀ ਸੌਖੀ, ਲੇਕਿਨ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇੱਕ ਮਰਾਸੀਆਂ ਦਾ ਬੱਚਾ, ਜਿਹੜਾ ਦੁਨਿਆਵੀ ਉਮਰ ਕਰਕੇ ਗੁਰੂ ਨਾਨਕ ਪਾਤਸ਼ਾਹ 10 ਸਾਲ ਵੱਡਾ ਹੈ, ਮਾਂ ਦਾ ਨਾਮ ਬੀਬੀ ਲੱਖੋ, ਪਿਤਾ ਦਾ ਨਾਮ ਬਾਬਾ ਬਦਰਾ। ਉਹਦੇ ਪੂਰਬਲੇ ਕਰਮ ਚੰਗੇ, ਪਿਓ ਦਾ ਜਨਮ ਰਾਏ ਭੋਏ ਦੀ ਤਲਵੰਡੀ ਵਿੱਚ ਹੋਇਆ, ਅਜੇ ਨਨਕਾਣਾ ਸਾਹਿਬ ਬਾਅਦ ਵਿੱਚ ਬਣਿਆ। ਜਨਮ ਹੋਇਆ, ਖੇਡ ਰਿਹਾ ਹੈ। ਭਾਈ ਮਰਦਾਨੇ ਤੋਂ ਪਹਿਲਾਂ ਉਹਦੇ 3-4 ਭਰਾ ਛੋਟੇ ਹੁੰਦਿਆਂ ਰੱਬ ਨੂੰ ਪਿਆਰੇ ਹੋ ਗਏ, ਸਰੀਰ ਛੱਡ ਕੇ ਮੌਤ ਹੋ ਗਈ ਉਹਨਾਂ ਦੀ। ਭਾਈ ਮਰਦਾਨੇ ਦੀ ਮਾਤਾ ਲੱਖੋ ਨੇ ਆਵਾਜ਼ ਮਾਰੀ, ਵੇ ਮਰ ਜਾਣਿਆ, ਸਾਡੇ ਬਾਬੇ ਅੰਦਰ ਤਰਸ ਬੜਾ ਹੈ, ਇਹ ਬੜੀ ਛੇਤੀ ਢਲਦਾ ਹੈ। ਬੜਾ ਪਿਆਰ ਹੈ ਬਾਬੇ ਨਾਨਕ ਦੇ ਹਿਰਦੇ ਵਿੱਚ। ਕਹਿਣ ਲੱਗੇ, ਬੇਬੇ ਮੇਰੇ ਮਿੱਤਰ ਨੂੰ ਮਰ ਜਾਣਾ ਕਿਉਂ ਆਖਿਆ ਈ? ਮਾਤਾ ਲੱਖੋ ਕਹਿਣ ਲੱਗੀ, ਪੁੱਤ ਨਾਨਕ, ਮੈਂ ਇਹਦੇ ਤੋਂ ਪਹਿਲਾਂ 3-4 ਤੋਰੇ ਨੇ, ਪਤਾ ਨਹੀਂ ਇਹ ਕਿੰਨੇ ਚਿਰ ਦਾ ਪ੍ਰਾਹੁਣਾ ਇਹਨੇ ਤੁਰ ਜਾਣਾ, ਮੈਂ ਨਾਂ ਨਹੀਂ ਰੱਖਿਆ ਇਹਦਾ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਬੇਬੇ ਜਾਣ ਵਾਲੇ ਚਲੇ ਗਏ, ਇਹ ਮੇਰਾ ਮਿੱਤਰ ਮਰਦਾਨਾ ਹੋਇਆ। ਆਪਾਂ ਵੋਟਾਂ ਦੇ ਮੌਕੇ ਲੀਡਰਾਂ ਨੂੰ ਵੇਹਨੇ ਆ,
ਇਵੇਂ ਗਰੀਬਾਂ ਦੇ ਬੱਚਿਆਂ ਨੂੰ ਚੁੱਕੀ ਜਾਣਗੇ, ਪਾਣੀ ਪੀਤੀ ਜਾਣਗੇ, ਤੇ ਵੋਟਾਂ ਪਈਆਂ ਤੇ ਮੁੜ ਕੇ ਪੁੱਛਦਾ ਕੋਈ ਨਹੀਂ। ਇਹ ਅੱਜ ਕੱਲ੍ਹ ਸਟੰਟ ਚੱਲਦਾ ਹੈ। ਲੇਕਿਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਉਸ ਭਾਈ ਮਰਦਾਨੇ ਨੂੰ ਭਾਈ ਕਹਿ ਕੇ ਸਨਮਾਨ ਦਿੱਤਾ। ਭਾਈ ਕਹਿੰਦੇ ਨੇ ਭਰਾ ਨੂੰ। ਦੁਨੀਆ ਦੇ तमाम ਧਰਮ ਗ੍ਰੰਥਾਂ ਦਾ ਮਤਾਲਿਆ ਕਰੋ, ਕਿਸੇ ਪੀਰ ਪੈਗੰਬਰ ਰਹਿਬਰ ਨੇ ਆਪਣੇ ਸ਼ਿਸ਼, ਆਪਣੇ ਚੇਲੇ ਨੂੰ ਆਪਣੇ ਬਰਾਬਰ ਦਾ ਸਨਮਾਨ ਨਹੀਂ ਦਿੱਤਾ। ਇਹ ਗੁਰੂ ਨਾਨਕ ਹੈ ਜਿਹਨੇ ਬਰਾਬਰ ਦਾ ਸਨਮਾਨ ਦਿੱਤਾ, ਭਾਈ ਕਹਿ ਕੇ ਉਹਨੂੰ ਪਿਆਰ ਦਿੱਤਾ ਹੈ। ਗੁਰਮੁਖੋ, ਇਸ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਕਿਤੇ ਰਾਮ ਦਾ ਨਾਮ ਨਹੀਂ ਲੱਭਦਾ, ਕਿਤੇ ਅੱਲਾ ਦੇ ਨਾਮ ਦਾ ਜ਼ਿਕਰ ਹੈ ਤੇ ਰਾਮ ਨਹੀਂ ਲੱਭਦਾ, ਕਿਤੇ ਰਾਮ ਹੈ ਤੇ ਅੱਲਾ ਹੈ ਨਹੀਂ। ਲੇਕਿਨ ਬਾਬਾ ਤਾਂ ਵੱਡਾ ਹੈ, ਇਹ ਕਹਿੰਦਾ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗਸਈਆਂ, ਕੋਈ ਅਲਾਹੇ। ਪਿਆਰੋ, ਇਹਨਾਂ ਅੱਖਰਾਂ ਦੇ ਚੱਕਰ ਵਿੱਚ ਪੈ ਕੇ ਨਾ ਝਗੜੋ। ਅਜੇ ਮੈਂ ਪਾਣੀ ਹੈ, ਇਹਨੂੰ ਕੁਆਬ ਕਹਿੰਦਾ ਫਾਰਸੀ 'ਚ, ਕਿਸੇ ਨੇ ਜਲ ਕਹਿ ਦਿੱਤਾ, ਆਪਾਂ ਪਾਣੀ ਕਹਿਦੇ ਨੇ, ਕਿਸੇ ਪੜ੍ਹੇ ਲਿਖੇ ਕਾਕੇ ਨੇ ਵਾਟਰ ਕਹਿਤਾ, ਪਰ ਹੈ ਤਾਂ ਇੱਕੋ ਹੀ ਚੀਜ਼ ਨਾ। ਇਸੇ ਪ੍ਰਕਾਰ ਪ੍ਰਮਾਤਮਾ ਇੱਕ ਹੈ, ਪ੍ਰਮਾਤਮਾ ਜੋੜਦਾ, ਪਰ ਲੋਕਾਂ ਨੇ ਉਹਨੂੰ ਵੰਡ ਲਿਆ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਤਾਂ ਕਰੀਦਾ, ਇਹ ਟੁੱਟਿਆਂ ਨੂੰ ਜੋੜਦਾ ਹੈ, ਇਹ ਵੰਡਦਾ ਨਹੀਂ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗਸਈਆਂ, ਕੋਈ ਅਲਾਹੇ। ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ। ਤੁਹਾਨੂੰ ਵੇਦਾਂ ਵਿੱਚ ਕਿਤੇ ਵੀ ਕਰੀਮ ਲਫ਼ਜ਼ ਨਹੀਂ ਮਿਲੇਗਾ, ਕਿਤੇ ਵੀ ਨਹੀਂ ਮਿਲੇਗਾ, ਪਰ ਬਾਬੇ ਦੀ ਬਾਣੀ 'ਚ ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ। ਕੋਈ ਨਹਾਵੇ ਤੀਰਥ, ਕੋਈ ਹਜ ਜਾਏ। ਸਾਡੇ ਮੁਸਲਮਾਨ ਭਰਾ ਅਚੇਚੇ ਤੌਰ 'ਤੇ ਪਾਵਨ ਕਾਬੇ ਦਾ ਹਜ ਕਰਨ ਜਾਂਦੇ ਨੇ। ਸਾਡੇ ਹਿੰਦੂ ਵੀਰ ਆਪਾਂ ਵੇਖਦੇ ਹਾਂ ਵੀ ਕਿਵੇਂ ਅੱਜ ਕੱਲ੍ਹ ਤੀਰਥਾਂ 'ਤੇ ਜਾਂਦੇ ਨੇ। ਬੜਾ ਮੌਸਮ ਸ਼ਾਨਦਾਰ ਹੋਣ ਕਰਕੇ ਤੀਰਥਾਂ ਵਾਲਾ ਕਹਿੰਦਾ ਹਜ 'ਤੇ ਨਾ ਜਾਓ, ਹਜ ਵਾਲਾ ਕਹਿੰਦਾ ਤੀਰਥਾਂ 'ਤੇ ਜਾਣ ਦਾ ਕੀ ਫਾਇਦਾ। ਇਹ ਕਹਿੰਦਾ ਪਿਆਰਿਓ, ਇਹਨਾਂ ਗੱਲਾਂ 'ਤੇ ਨਾ ਝਗੜੋ। ਜੇ ਤੀਰਥ ਯਾਤਰਾ 'ਤੇ ਜਾਣਾ ਤੇ ਉਹ ਵੀ ਮਨ ਸਮਝਾਉਣ ਲਈ, ਜੇ ਕਾਬੇ ਜਾਣਾ ਤੇ ਉਹ ਵੀ ਮਨ ਸਮਝਾਉਣ ਲਈ। ਨਾ ਹਜ ਨੂੰ ਮਾੜਾ ਆਖੋ, ਨਾ ਤੀਰਥ ਨੂੰ ਮਾੜਾ ਆਖੋ, ਪਰ ਥੋੜ੍ਹਾ ਜਿਹਾ ਖਿਆਲ ਰੱਖੋ, ਜਿਹੜੀ ਤੀਰਥ ਯਾਤਰਾ ਨਾ, ਇਹ ਕਰਨੀ ਕਿਵੇਂ ਹੈ। ਕੋਈ ਨਹਾਵੇ ਤੀਰਥ, ਕੋਈ ਹਜ ਜਾਏ, ਕੋਈ ਕਰੇ ਪੂਜਾ, ਕੋਈ ਸਿਰ ਨਵਾਏ। ਪੂਜਾ ਕਿਹਦੀ ਕਰਨੀ ਹੈ? ਅੱਜ ਬੜੇ ਦੁੱਖ ਨਾਲ ਕਹਿਣਾ ਪੈਂਦਾ ਵੀ ਸ਼ਾਇਦ ਪਤਾ ਨਹੀਂ ਅੱਜ ਵੀਰਵਾਰ ਹੋਵੇ, ਕਈਆਂ ਨੇ ਦਵਾਖਿਆਂ ਵਿੱਚ ਆਪਣੇ ਘਰਾਂ 'ਚ ਦਵਾਕੇ ਬਣਾਏ ਤੇ ਕਹਿੰਦੇ ਜੀ ਸਾਡੇ ਪੀਰ ਦੀ ਬੜੀ ਜਗ੍ਹਾ ਕਰੜੀ ਹੈ। ਮੈਂ ਪੀਰਾਂ ਦੀ ਉਲਟ ਨਹੀਂ, ਪਰ ਉਹ ਸਿੱਖ ਨੂੰ ਕੀ ਕਵਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਛੱਡ ਕੇ ਦਵਾਖੀ ਨੂੰ ਮੱਥਾ ਟੇਕਣ ਲੱਗ ਪਿਆ। ਉਸ ਹਿੰਦੂ ਵੀਰ ਨੂੰ ਕੀ ਆਖਾਂ ਜਿਹਨੂੰ ਰਾਮਚੰਦਰ ਵਿੱਚੋਂ ਭਗਵਾਨ ਨੇ ਦੱਸਿਆ ਤੇ ਉਹਨੂੰ ਦਵਾਖੇ 'ਚੋਂ ਲੱਭਦਾ ਹੈ। ਅਸੀਂ ਦਵਾਖਿਆਂ ਦੇ ਸਿੱਖ ਨਹੀਂ, ਅਸੀਂ ਸਿੱਖ ਹਾਂ ਉਸ ਪਰਿਪੂਰਨ ਪ੍ਰਮਾਤਮਾ ਦੇ ਭੂਤਾਂ ਦੇ ਸਿੱਖ ਨਹੀਂ। ਗਿਆਨੀ ਜੀ ਕੀ ਕਰੀਏ, ਮਾਰੀ ਦੇ ਮੰਨਦੇ ਹਾਂ, ਤਗੜਾ ਬੜਾ ਹੈ, ਸਾਨੂੰ ਥੜੇ 'ਤੇ ਨਹੀਂ ਚੜ੍ਹਨ ਦਿੰਦਾ। ਇਹਦਾ ਭਾਵ ਕਿ ਪ੍ਰੇਤ ਬਣਿਆ ਨਾ ਭੂਤਨਾ ਹੋਣਾ, ਤੇ ਜੇ ਭੂਤਨੇ ਨੂੰ ਮੰਨੇਗਾ ਭੂਤਨਾ ਹੀ ਬਣੇਗਾ ਨਾ। ਅਸੀਂ ਭੂਤਾਂ ਦੇ ਸਿੱਖ ਨਹੀਂ, ਅਸੀਂ ਪ੍ਰੇਤਾਂ ਦੇ ਸਿੱਖ ਨਹੀਂ, ਅਸੀਂ ਸਿੱਖ ਹਾਂ। ਸਭ ਸਿੱਖ ਨੂੰ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਆਪਾਂ ਤਾਂ ਅੰਮ੍ਰਿਤਸਰ ਰਹੇ ਨੇ, ਸਾਨੂੰ ਤਾਂ ਬਹੁਤਾ ਹੋਰ ਭਟਕਣ ਦੀ ਲੋੜ ਹੀ ਨਹੀਂ। ਹਰਿਮੰਦਰ ਦੇ ਵਿੱਚੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਨੂੰ ਖੁੱਲ੍ਹਾ ਹੁਕਮ ਕੀਤਾ, ਸਿੱਖਾ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਤੇ ਨਾਲ ਆਖਿਆ ਗੁਰਬਾਣੀ ਕਹੇ ਸੇਵਕ ਜਨ ਮਾਨੇ, ਪਰ ਤਖ ਗੁਰੂ ਨਸਾਰੇ। ਜਿਹੜੀ ਗੁਰਬਾਣੀ ਕਹਿੰਦੀ ਨਾ ਉਹਨੂੰ ਮੰਨੇਗਾ ਤੇ ਗੁਰੂ ਤੇਰੀ ਕਲਿਆਣ ਕਰੇਗਾ।
मैं बेनती कर रहा था, हजूर कहते ने कोई नहावे तीर्थ, कोई हज जाए, कोई करे पूजा, कोई सिर नवाए। लेकिन पूजा करनी किहदी है? आपां तां इन्ने ढिले हो गए हाँ, बड़ा दुख हुंदा मन नूं। कोठी बनाईए 1.5 करोड़ की, भैणां भरावां नूं न्योता दिता है, मैं उद्घाटन करना कोठी का, तो कोठी के बूहे अगे चपनी टंगी होंदी, चपनी ते कईयां ने छत्र टंगिया हुंदा। हुण थोड़ी जी तरक्की होनी छत्र की थां ते टायर टंगण लग पे ने, टायर। ते मैनूं पुछदे भी ज्ञानी जी का कोई महात्मा है छत्र का, चपनी का जां टायर का? मैं कहा है की। मैं कहा चपनी का महात्मा भी सारा टब्बर चपनी च नक डुब के मर जाण, जिन्होंने गुरु से भरोसा नहीं, चपनी ते है। चपनी लैण ते वारी वारी नक डुब के मर जाण। होवे सिखां दा पुत, होवे हिंदुआं दा पुत, ते चपनी की पूजा करे। छित्र क्यों टंगिया? फफड़ा तेनू भूआ दिती है, तू सारी जिंदगी सानू तंग किया, पर जो कोठी का उद्घाटन करना तो छित्र थल्लों लंघाउणा ही। इहो ही होया ना, जे बूहे छत्र टंगिया तो छत्र थल्लों लंघांगे ना। किहो जी पूजा है? टायर टां टंगिया। ज्ञानी जी पुराने जमाने दीयां गल्लां छड्डो। 84 में सानू सिखां नूं दिल्ली के कुछ मतसी बंदियां ने टायरां नाल फूकिया। असीं चाहुंदे भी जिन्ने साडे विरोधी उन्होंने बुला करके ते टायरां नाल अग लाउणी है। ये महात्म होया भला? ये नहीं सिखा। चपनी की पूजा ना कर, छित्रां की पूजा ना कर, टायरां की पूजा ना कर। मैं नहीं कहता, जिस गुरु ग्रंथ सच्चे पातशाह का प्रकाश किया, ये कहते ने दुबदा ना पढ़ो, हर बिन होर ना पूजो, मड़े मसाण ना जाई। कहते दचिते पुणे च नाम पै, दुबदा दा भावन दचिता पुणा। दो ढंग, दो ढंग किहड़े? आपां धीआं पुत विआहुने आ, जिदन आपां धी पुत दे विआह दा कारज करन दी सलाह मशवरा करदे आ ना, गुरुद्वारे कड़ाह प्रसाद की देग भी कराई, तो मुड़ के कहने पंडित जी किहड़े नराते का विआह करिए? गुरु हुक्मनामे ते तैनूं यकीन ही नहीं आया? नहीं नहीं, असीं विश्वास केवल ते केवल एक ते करिए। एक बिन दूसर सो न चनार, बिन करतार ना कृतम मानो। इस करके मेरा पातशाह कहते कोई करे पूजा, कोई सिर नवाए, कोई पढ़े वेद, कोई कतेब। ये नहीं भी वेदां का पाठ करता वो कतेबां वाले नूं माड़ा कही जाए, ਜਿਹੜੇ कतेबां वाले ने वेदां वाले नूं माड़े कही जाण। गुरु ग्रंथ सच्चे पातशाह कहते वेद पढ़ते उन्होंने पढ़न दे, ਜਿਹੜੇ कतेबां की विचार करते उन्होंने करन दे। क्यों? मन समझावन कारने कछुअक पढ़िए ज्ञान। वो वेदां ते कतेबां की विचार मन नूं समझाउण लई कदे ते निशाना तां मन नूं समझाउण दा ही है ना। इस करके पातशाह कहते ने सारियां दे सांझे ने गुरु ग्रंथ सच्चे पातशाह। कोई पढ़े वेद, कोई कतेब, कोई ओढ़े नील, कोई सफेद। फिर आप रंगां च वंडे होए आ। किसी ने नीली बन ली, चिट्टी वाले नूं कहंदा तूं चिट्टी क्यों बधी, नीली वाले बनो। नीली वाला चिट्टी नाल झगड़ी जांदा, चिट्टी वाला नीली नाल। गुरु ग्रंथ सच्चे पातशाह कहंदे ने कच्चियां रंगां ते झगड़ा ना कर। हाँ, जे रंग लाउणा ते आ रंग ला, हर नामा हर रंग है, हर नाम मजीठे रंग, गुर तुठे हर रंग चाढ़िया, फिर बहुत ना भी पंग। तू तो नीलियां ते चिट्टियां ते आपस में झगड़ी जाना ना। ये रंग चढ़िया सी राम रंग, कदे उतर ना जाए। राम दे नाम दा रंग चढ़िया ते प्रहलाद नूं पानी च गोते दिते, अग विच साड़न दा यतन किया, पर प्रहलाद दा वो रंग नहीं लथा। जे रंग लाउणा
ਰੰਗ ਲੱਗਾ ਸੀ ਭਾਈ ਮਤੀ ਦਾਸ ਨੂੰ, ਆਰੇ ਨਾਲ ਚੀਰਿਆ ਗਿਆ, ਦੁਫਾੜ ਹੋ ਗਿਆ, ਪਰ ਰੰਗ ਨਹੀਂ ਉਹ ਲੱਥਾ। ਇਹ ਰੰਗ ਚੜਿਆ ਸੀ ਭਾਈ ਦਿਆਲ ਦਾਸ ਨੂੰ, ਦੇਗ ਵਿੱਚ ਉਬਲ ਗਿਆ, ਰੰਗ ਨਹੀਂ ਉਹ ਲੱਥਾ। ਇਹ ਰੰਗ ਚੜਿਆ ਸੀ ਪੂਲੇ ਪਿੰਡ ਦੇ ਗੱਭਰੂ ਭਾਈ ਤਾਰੂ ਸਿੰਘ ਨੂੰ, ਖੋਪੜੀ ਲੈ ਗਈ, ਰੰਗ ਨਹੀਂ ਉਹ ਲੱਥਾ। ਇਹ ਰੰਗ ਚੜਿਆ ਸੀ ਬਾਬੇ ਤਾਰੂ ਸਿੰਘ ਦੇ ਪਿੰਡ ਦੇ ਲਾਗੇ ਬਜ਼ੁਰਗ ਬਾਬੇ ਦੀਪ ਸਿੰਘ ਦਾ ਪਿੰਡ, ਉਹਦਾ ਸਿਰ ਵੀ ਲੈ ਗਿਆ ਤੇ ਰੰਗ ਨਹੀਂ ਉਹ ਲੱਥਾ। ਜੇ ਰੰਗ ਲਾਉਣਾ ਤੇ ਉਹ ਰੰਗ ਲਾ, ਇਹਨਾਂ ਕੱਚੇ ਰੰਗਾਂ ਤੇ ਝਗੜ ਨਾ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਨੇ ਕੋਈ ਓਢੇ ਨੀਲ, ਜਿਹੜਾ ਓਢੇ ਸ਼ਬਦ ਹੈ ਨਾ, ਇਹ ਹਰਿਆਣਵੀ ਭਾਸ਼ਾ ਦਾ ਸ਼ਬਦ ਹੈ। ਜਿਵੇਂ ਆਪਾਂ ਆਪਣੀਆਂ ਧੀਆਂ ਭੈਣਾਂ ਨੂੰ ਕਹਿੰਦੇ ਗੁੱਡੀ ਆਪਣੇ ਸਿਰ 'ਤੇ ਧੀਏ ਕੱਪੜਾ ਲੈ ਲੈ, ਜਿਹੜੇ ਹਰਿਆਣਵੀ ਭਰਾ ਨੇ ਉਹ ਕਹਿੰਦੇ ਨੇ ਬੱਚੀਏ ਕੱਪੜਾ ਓਢ ਲੈ। ਕੱਪੜੇ ਨੂੰ ਲੈਣਾ, ਇਹ ਹਰਿਆਣੀ ਬੋਲੀ ਓਢਣਾ ਦਾ ਭਾਵ ਦਾ ਦੁਪੱਟਾ ਲੈਣਾ। ਮੇਰੇ ਪਾਤਸ਼ਾਹ ਕਹਿੰਦੇ ਨੇ ਕਿਸੇ ਨੀਲਾ ਲਾ ਲਿਆ, ਕਿਸੇ ਚਿੱਟਾ ਲੈ ਲਿਆ, ਇਹਨਾਂ ਦੁਰਿਆਵੀ ਰੰਗਾਂ ਤੇ ਝਗੜਾ ਨਾ ਕਰ। ਕੋਈ ਕਹੇ ਤੁਰਕ, ਕੋਈ ਕਹੇ ਹਿੰਦੂ, ਕੋਈ ਬਾਂਸ਼ੇ ਭੇਸਤ, ਕੋਈ ਸੁਰਗਿੰਦੂ। ਕਿਸੇ ਨੇ ਆਪਣੇ ਆਪ ਨੂੰ ਹਿੰਦੂ ਖਵਾ ਲਿਆ, ਕਿਸੇ ਨੇ ਤੁਰਕ ਖਵਾ ਲਿਆ, ਪਰ ਇਹਨਾਂ ਦਾ ਖੂਨ ਚੈੱਕ ਕਰਕੇ ਵੇਖੀ, ਖੂਨ ਸਾਰਿਆਂ ਦਾ ਇੱਕੋ ਜਿਹਾ ਹੈ। ਇਸ ਕਰਕੇ ਨਾ ਚੱਕਰਾਂ 'ਚ ਨਾ ਪਏ। ਕੋਈ ਕਹੇ ਤੁਰਕ, ਕੋਈ ਕਹੇ ਹਿੰਦੂ, ਕੋਈ ਬਾਂਸ਼ੇ ਭੇਸਤ, ਕੋਈ ਸੁਰਗਿੰਦੂ। ਮੁਸਲਮਾਨ ਭਰਾ ਬਿਸ਼ਤਾਂ ਦੀ ਗੱਲ ਕਰਦੇ ਤੇ ਹਿੰਦੂ ਵੀਰ ਸੁਰਗਾਂ ਦੀ ਗੱਲ ਕਰਦੇ ਹਨ। ਬੇਨਤੀ ਕੀਤੀ ਪਾਤਸ਼ਾਹ ਅਸੀਂ ਤਾਂ ਤੁਹਾਡਾ ਇੱਥੋਂ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ, ਸਾਨੂੰ ਹੁਕਮ ਦਿਓ। ਇਹ ਕਹਿੰਦੇ ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਜਿਨ੍ਹਾਂ ਨੇ ਹੁਕਮ ਪਛਾਣ ਲਿਆ ਨਾ, ਉਹਨਾਂ ਨੂੰ ਰੱਬ ਦਾ ਭੇਦ ਆ ਗਿਆ। ਤੇ ਹੁਕਮ ਪਛਾਣਨ ਦਾ ਤਰੀਕਾ ਕੀ ਹੈ? ਆਪ ਪਰ ਜਾਨਾ ਗੁਰਮੁਖੋ ਪਾਠ ਰਤ ਕਰਦੇ ਹਾਂ ਸਾਰੇ ਜਣੇ ਮਾਈ ਭਾਈ, ਨਾਨਕ ਹੁਕਮੇ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਏ। ਜਿਨ੍ਹਾਂ ਨੇ ਹੁਕਮ ਨੂੰ ਪਛਾਣ ਲਿਆ ਨਾ, ਉਹਨਾਂ ਦੇ ਅੰਦਰ ਮੈਂ ਨਹੀਂ ਰਹਿੰਦੀ। ਤੇ ਜੇ ਮੈਂ ਹੈ ਤੇ ਸਮਝ ਲਓ ਅਜੇ ਆਪਾਂ ਹੁਕਮ ਨੂੰ ਪਛਾਣਿਆ ਨਹੀਂ। ਜਿਹੜੇ ਮੈਂ ਆ ਨਾ, ਜਿਵੇਂ ਅੱਜ ਕੱਲ੍ਹ ਸਾਡੇ ਆਮ ਪ੍ਰਚਲਿਤ ਹੈ ਜੀ ਵੀ ਮੈਨੂੰ ਮਿੱਟੀ ਨਾਲ ਐਲਰਜੀ ਹੈ, ਮੈਨੂੰ ਤੂੜੀ ਨਾਲ ਐਲਰਜੀ ਹੈ, ਮੈਨੂੰ ਕਣਕ ਦੇ ਦਾਣੇ ਨਾਲ ਐਲਰਜੀ ਹੈ। ਜਿਹੜਾ ਰੱਬ ਹੈ ਨਾ, ਰੱਬ ਨੂੰ ਮੈਂ ਨਾਲ ਐਲਰਜੀ ਹੈ, ਰੱਬ ਨੂੰ ਮੈਂ ਨਹੀਂ ਚੰਗੀ ਲੱਗਦੀ। ਬਾਣੀ ਕਹਿੰਦੀ ਤੂੰ ਤੂੰ ਕਰਤਾ ਤੂੰ ਆ, ਮੁਝ ਮੈਂ ਰਾਹ ਨਾ ਹੂੰ। ਜਬ ਆਪਾ ਪਰਕਾ ਮਿਟ ਗਿਆ, ਜਦ ਦੇਖਾਂ ਤਾਂ ਤੂੰ। ਜਿੰਨਾ ਚਿਰ ਮੈਂ ਹੈ ਉਹਨਾਂ ਚਿਰ ਆਪਾਂ ਝੂਠੇ ਹਾਂ। ਜਦੋਂ ਤੂੰ ਆ ਗਿਆ ਗੁਰਮੁਖੋ, ਸਾਰੇ ਸੁੱਚੇ ਹੋ ਜਾਣਗੇ। ਮੈਂ ਗਿਆਨੀ, ਮੈਂ ਗਿਆਨੀ ਕਹਿਣ ਨਾਲ ਗਿਆਨੀ ਗਿਆਨੀ ਨਹੀਂ, ਗਿਆਨੀ ਝੂਠਾ ਹੈ। ਮੈਂ ਦਾਨੀ, ਦਾਨੀ ਇਕੱਲਾ ਤੇ ਸੁੱਚਾ ਹੈ। ਜੇ ਮੈਂ ਦਾਨੀ ਤੇ ਦਾਨੀ ਝੂਠਾ ਹੈ। ਮੈਂ ਝੂਠ ਹੈ, ਝੂਠ। ਜਦੋਂ ਮੈਂ ਨਿਕਲ ਗਈ ਉਦੋਂ ਸੁੱਚਾ ਹੋ ਜਾਏਗਾ। ਬਾਬਾ ਕਬੀਰ ਦਾ ਸ਼ਬਦ ਹੈ, ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ, ਕਹਿਤ ਕਬੀਰ ਕਬੀਰ। ਬਾਬਾ ਕਬੀਰ ਜੀ ਕਹਿੰਦੇ ਮੈਂ ਨਿਕਲ ਗਈ, ਮਨ ਸੁੱਚਾ ਹੋ ਗਿਆ। ਲੋਕੀ ਰੱਬ ਦੇ ਮਗਰ ਫਿਰਦੇ ਤੇ ਹੁਣ ਰੱਬ ਕਬੀਰ ਦੇ ਮਗਰ ਫਿਰਦਾ ਹੈ। ਇਹ ਬਾਣੀ ਦੀ ਪੰਕਤੀ ਜੇ, ਕਬੀਰ ਮਨ ਨਿਰਮਲ ਭਇਆ। ਜਿੰਨਾ ਚਿਰ ਮਹਿਲ ਉਹਨਾਂ ਚਿਰ ਰੱਬ ਨੇ ਨਹੀਂ ਜਿਉਣਾ। ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ, ਕਹਿਤ ਕਬੀਰ ਕਬੀਰ। ਬਾਬਾ ਕਬੀਰ ਰੱਬ ਬਣ ਗਿਆ। ਬਣਿਆ ਕਦੋਂ? ਮੈਂ ਮਿਟ ਗਈ। ਮੈਂ ਇੱਕ ਤੁਹਾਨੂੰ ਸਿੱਧੀ ਜੀ ਦੇਸੀ ਜੀ ਉਦਾਹਰਨ ਦਿਆਂ। ਹੁਣੇ ਹੀ ਰਾਗੀ ਸਿੰਘ ਭੁਜੰਗੀ ਸਿੰਘ ਕੀਰਤਨ ਕਰਕੇ ਗਏ ਨੇ, ਉਹਨਾਂ ਕੋਲ ਜੋੜੀ ਸੀ। ਜਿਹੜੀ ਜੋੜੀ ਹੈ ਨਾ,
ਇਹ ਚਮੜੇ ਨਾਲ ਮੜੀ ਹੁੰਦੀ ਹੈ। ਆਪਾਂ ਜਦੋਂ ਵੀ ਗੁਰਦੁਆਰੇ ਆਉਂਦੇ ਹਾਂ, ਆਪਾਂ ਨੇ ਭਾਈ ਗੁਰਮੁਖਾ ਆਪਣੀ ਪੇਟੀ ਲਾ ਚਮੜੇ ਦੀ, ਜੋੜਾ ਲਾ ਦਿੱਤਾ, ਠੀਕ ਹੈ, ਲੇਕਿਨ ਰਾਗੀ ਦੀ ਬਣੀ ਹੈ। ਜਦੋਂ ਬੱਕਰੀ ਮੈਂ ਕਰਦੀ ਸੀ ਨਾ, ਉਦੋਂ ਕਸਾਈ ਨੇ ਖੋਹ ਕੱਢਿਆ ਇਹਨੂੰ, ਕਸਾਈ ਨੇ ਖਲ ਲਈ, ਮਸਾਲਾ ਲਾ ਕਰਕੇ ਜਦੋਂ ਇਹਨੂੰ ਸਾਫ਼ ਕੀਤਾ, ਬਣ ਗਈ, ਸ਼ੁੱਧ ਹੋ ਗਈ, ਜੋੜੀ ਬਣੀ। ਤੇ ਕਹਿੰਦੇ ਭਾਈ ਉਹਨੂੰ ਦਰਬਾਰ ਸਾਹਿਬ ਆਪਾਂ ਵਜਾਉਣਾ, ਬੜਾ ਕੀਰਤਨ ਦਾ ਆਨੰਦ ਆਵੇਗਾ ਜੋੜੀ ਨਾਲ। ਹੈ ਤਾਂ ਚਮੜਾ ਹੀ ਨਾ। ਜਦੋਂ ਤੂੰ ਆ ਗਈ ਉਦੋਂ ਸੁੱਚੇ ਹੋ ਗਏ। ਜਿੰਨਾ ਚਿਰ ਮੈਂ ਹੈ ਉਹਨਾਂ ਚਿਰ ਆਪਾਂ ਝੂਠੇ ਹਾਂ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਸਾਰੀ ਬਾਣੀ ਦੇ ਵਿੱਚ ਗੁਰਮੁਖੋ ਸਾਨੂੰ ਇੱਕੋ ਇੱਕ ਪ੍ਰੇਰਨਾ ਤੇ ਗੁਰਮੁਖਾ ਮੈਨੂੰ ਪਾਸੇ ਕਰਕੇ ਤੂੰ ਹੋ ਜਾ, ਤੂੰ ਦੀ ਅੱਗੇ ਅਰਦਾਸ ਕਰਦੇ ਤੂੰ ਸੱਚਾ ਹੋ ਜਾਏਗਾ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤਾਂ ਬਹਾਰ ਹੈ, ਨਾਨਕ ਹੁਕਮੈ ਜੇ ਬੁਝੈ ਤਾਂ ਹਮੇ ਕਹਿ ਨਾ ਕੋਈ। ਜਿਨ੍ਹਾਂ ਨੇ ਹੁਕਮ ਬੁਝ ਲਿਆ ਨਾ, ਉਹਨਾਂ ਦੇ ਅੰਦਰ ਮੈਂ ਨਹੀਂ ਰਹਿੰਦੀ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਗੁਰਮੁਖੋ ਸਾਨੂੰ ਥਾਂ ਥਾਂ ਤੇ ਤੂੰ ਕਹਿਣ ਦੀ ਗੱਲ ਸਿਖਾਉਂਦਾ, ਤੂੰ ਤੇ। ਇਹ ਬਾਣੀ ਪੜ੍ਹਨ ਦੇ ਨਾਲ ਕਈ ਗੁਰਮੁਖ ਪਿਆਰੇ ਇਹ ਵੀ ਕਹਿ ਦਿੰਦੇ ਨੇ ਭਈ ਭਾਈ ਸਾਹਿਬ ਸਾਨੂੰ ਬਾਣੀ ਦੀ ਸਮਝ ਨਹੀਂ ਪੈਂਦੀ, ਅਰਥ ਨਹੀਂ ਆਉਂਦੇ, ਅਸੀਂ ਕਿਹੜੇ ਗਿਆਨੀ ਆ, ਬਾਣੀ ਪੜ੍ਹੀ ਜਾਣੇ ਪਰ ਸਾਡਾ ਭਲਾ ਹੋ ਜਾਏਗਾ। ਇਹ ਆਮ ਸਾਡਾ ਸਵਾਲ ਹੈ, ਆਮ ਵੀਰਾਂ ਦਾ, ਭੈਣਾਂ ਦਾ, ਵੀ ਗਿਆਨੀ ਜੀ ਸਾਨੂੰ ਅਰਥ ਨਹੀਂ ਆਉਂਦੇ, ਬਾਣੀ ਪੜ੍ਹਨ ਦਾ ਕੋਈ ਫਾਇਦਾ ਹੋਵੇਗਾ? ਬਿਲਕੁਲ ਹੋਏਗਾ। ਇਹਦਾ ਜਵਾਬ ਸਤਵੇਂ ਪਾਤਸ਼ਾਹ ਨੇ ਸਾਨੂੰ ਦਿੱਤਾ ਹੈ। ਸਤਵੇਂ ਪਾਤਸ਼ਾਹ ਨੂੰ ਸਿੱਖਾਂ ਨੇ ਸਵਾਲ ਕੀਤਾ, ਪਾਤਸ਼ਾਹ ਸਾਨੂੰ ਅਰਥ ਨਹੀਂ ਆਉਂਦੇ, ਬਾਣੀ ਪੜ੍ਹਨ ਦਾ ਕੀ ਫਾਇਦਾ ਹੈ? ਉੱਥੇ ਲਿਖਿਆ ਵੀ ਜਿਨ੍ਹਾਂ ਨੇ ਸ਼ੰਕਾ ਕੀਤਾ ਸੀ, ਗੁਰੂ ਹਰਿ ਸੱਚੇ ਪਾਤਸ਼ਾਹ ਉਹਨੂੰ ਨਾਲ ਲੈ ਕੇ ਬਰ ਸੈਰ ਤੁਰ ਪਏ। ਇਹ ਲਿਖਿਆ ਜੀ ਇਤਿਹਾਸ ਵਿੱਚ। ਇੱਕ ਟਿੱਬੇ ਤੇ ਗਏ, ਮੀਂਹ ਪੈ ਕੇ ਹਟਿਆ, ਭਾਦੋਂ ਦਾ ਮਹੀਨਾ, ਸੌਣ ਭਾਦੋਂ ਦਾ। ਇੱਕ ਠਿਕਰੀ ਚਮਕਦੀ ਹੈ। ਇੱਕ ਸਿੱਖ ਨੂੰ ਕਹਿਣ ਲੱਗ, ਗੁਰਮੁਖਾ ਉਹ ਠਿਕਰੀ ਫੜ ਕੇ ਲਿਆ। ਉਹਨੇ ਲਿਆਂਦੀ ਤੇ ਕਹਿਣ ਲੱਗੇ, ਗੁਰਮੁਖਾ ਇਹ ਠਿਕਰੀ ਚਮਕਦੀ ਕਿਉਂ ਹੈ? ਉਹ ਕਹਿਣ ਲੱਗਾ, ਮਹਾਰਾਜ ਉਂਝ ਤਾਂ ਮੈਂ ਇੰਨਾ ਸਿਆਣਾ ਨਹੀਂ, ਪਰ ਮੇਰਾ ਅੰਦਾਜ਼ਾ ਹੈ ਜਦੋਂ ਕਿਤੇ ਪਿੰਡ ਵਸਦਾ ਹੋਵੇਗਾ ਨਾ, ਪਿੰਡ ਥੇ ਹੋਇਆ ਸੀ ਉਹ, ਉਦੋਂ ਇਹ ਬਿਲਕੁਲ ਘਿਓ ਵਾਲਾ ਭਾਂਡਾ ਹੋਵੇਗਾ, ਘਿਓ ਵਾਲਾ ਭਾਂਡਾ ਕਿਸੇ ਸੁਆਣੀ ਦਾ, ਤੇ ਭਾਂਡਾ ਟੁੱਟ ਗਿਆ ਤਾਂ ਚਮਕਦਾ ਹੈ। ਤੇ ਗੁਰੂ ਹਰਿ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਗੁਰਮੁਖਾ ਫਿਰ ਤੁਹਾਡੇ ਸਵਾਲ ਦਾ ਜਵਾਬ ਤਾਂ ਤੁਹਾਨੂੰ ਮਿਲ ਗਿਆ। ਕਹਿਣ ਲੱਗੇ ਨਹੀਂ ਸਮਝਿਆ ਨਹੀਂ। ਗੁਰੂ ਪਾਤਸ਼ਾਹ ਕਹਿੰਦੇ ਤੁਸੀਂ ਸਾਨੂੰ ਇਹ ਕਿਹਾ ਸੀ ਵੀ ਬਾਣੀ ਪੜ੍ਹਦੇ ਹਾਂ ਸਾਨੂੰ ਅਰਥ ਨਹੀਂ ਆਉਂਦੇ, ਸਾਨੂੰ ਇਹਦਾ ਕੀ ਫਾਇਦਾ ਹੋਵੇਗਾ? ਘਿਓ ਜੜ ਹੈ, ਜਿਹੜੀ ਘਿਓ ਵਾਲੀ ਤੌੜੀ ਇਹ ਵੀ ਜੜ ਹੈ, ਲੇਕਿਨ ਤੌੜੀ 'ਚ ਘਿਓ ਪਿਆ ਤੇ ਉਹਦੀ ਥੰਧਿਆਈ ਨਾ ਗਈ, ਉਹਦਾ ਅਸਰ ਰਿਹਾ। ਨਾ ਘਿਓ ਬੋਲਦਾ, ਨਾ ਘਿਓ ਵਾਲੀ ਤੌੜੀ ਬੋਲਦੀ, ਪਰ ਉਸ ਤੌੜੀ 'ਚ ਘਿਓ ਪਿਆ ਰਿਹਾ ਔਰ ਥੰਧਿਆਈ ਨੇ ਉਹਦੇ 'ਤੇ ਅਸਰ ਕੀਤਾ। ਕਈ ਸਾਲਾਂ ਤੋਂ ਬਾਅਦ ਵੀ ਉਹਦੀ ਚਿਕਨਾਈ ਨਹੀਂ ਗਈ। ਇਸ ਕਰਕੇ ਗੁਰਮੁਖੋ ਆਪਾਂ ਨੂੰ ਅਰਥ ਆਉਂਦੇ ਨੇ, ਨਹੀਂ ਆਉਂਦੇ, ਲੇਕਿਨ ਗੁਰਬਾਣੀ ਦਾ ਅਸਰ ਲਾਜ਼ਮੀ ਹੋਵੇਗਾ। ਆਪਾਂ ਨੂੰ ਤਾਂ ਮਨੁੱਖ ਜਾਮਾ ਮਿਲਿਆ, ਆਪਾਂ ਬੋਲ ਵੀ ਸਕਦੇ ਹਾਂ, ਕਿਸੇ ਨਾਲ ਗੱਲ ਕਰਕੇ ਅਰਥਾਂ ਬਾਰੇ ਪੁੱਛ ਵੀ ਸਕਦੇ ਹਾਂ, ਲੇਕਿਨ ਕੌੜਾ ਰੇਠਾ ਨਹੀਂ ਬੋਲ ਸਕਦਾ। ਲੇਕਿਨ ਬਾਬੇ ਨੇ ਕੌੜੇ ਰੇਠੇ ਥੱਲੇ ਬਾਣੀ ਪੜ੍ਹੀ, ਉਹ ਅੱਜ ਵੀ ਮਿੱਠਾ ਹੈ। ਬਾਣੀ ਪੜ੍ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਪੰਜਾ ਸਾਹਿਬ ਪੱਥਰ ਦੇ ਕੋਲ, ਪੱਥਰ ਮੋਮ ਹੋ ਗਿਆ। ਜੇ ਬਾਬੇ ਦੀ ਬਾਣੀ ਦਾ ਅਸਰ ਪੱਥਰ ਤੇ ਹੋਇਆ, ਜੇ ਬਾਬੇ ਦੀ ਬਾਣੀ ਦਾ ਅਸਰ ਕੌੜੇ ਰੇਠੇ ਤੇ ਹੋਇਆ, ਤੇ ਗੁਰੂ ਕੇ ਸਿੱਖਾ ਤੇਰੇ ਤੇ ਕਿਉਂ ਨਾ ਹੋਵੇਗਾ? ਗੁਰਬਾਣੀ ਮਿੱਠੀ ਅੰਮ੍ਰਿਤਾਰ, ਜਿਨ ਪੀਤੀ ਤਿਸ ਮੋਖ ਦਵਾਰ।
ਸਾਨੂੰ ਹਦਾਇਤ ਹੈ, ਸਿੱਖਾ ਜਿਹੜਾ ਤੈਨੂੰ ਮਨੁੱਖਾ ਜਨਮ ਮਿਲਿਆ ਕਾਹਦੇ ਵਾਸਤੇ ਆਇਆ? ਆਇਓ ਸੁਣ ਪੜ੍ਹਨ ਕੋ ਬਾਣੀ। ਤੈਨੂੰ ਵਾਹਿਗੁਰੂ ਨੇ ਸੰਸਾਰ ਵਿੱਚ ਬਾਣੀ ਸੁਣਨ ਤੇ ਬਾਣੀ ਪੜ੍ਹਨ ਵਾਸਤੇ ਹੀ ਭੇਜਿਆ ਹੈ। ਫਿਰ ਉਹ ਸਵਾਲ, ਇਹ ਗੁਰਬਾਣੀ ਕਰੇਗੀ ਕੀ? ਜੇ ਭਲਾ ਭਾਈ ਸਾਹਿਬ ਅਸੀਂ ਗੁਰਬਾਣੀ ਪੜ੍ਹੀ ਜਾਈਏ, ਗੁਰਬਾਣੀ ਸੁਣੀ ਜਾਈਏ, ਇਹਦੇ ਨਾਲ ਕੀ ਹੋਵੇਗਾ? ਇਹਦਾ ਜਵਾਬ ਦਿੱਤਾ ਜੀ ਗੁਰੂ ਗੋਬਿੰਦ ਸਿੰਘ ਕਲਗੀਧਰ ਬਾਪੂ ਨੇ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚ ਮਾਈ ਭਾਈ ਆਉਂਦਾ, ਕੋਈ ਕੱਪੜਾ ਭੇਟ ਕਰਦਾ, ਕੋਈ ਪੈਸਾ ਭੇਟ ਕਰਦਾ, ਜੋ ਜੋ ਕਿਸੇ ਦੀ ਸ਼ਰਧਾ। ਉੱਥੇ ਇਤਿਹਾਸ ਵਿੱਚ ਲਿਖਿਆ ਹੈ, ਕੋ ਰਿਸ਼ੀ ਆਇਆ, ਉਹਨੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਅੱਗੇ ਖੰਭ ਭੇਟ ਕੀਤੇ। ਖੰਭ, ਇਹ ਜੋ ਬੇਨਤੀ ਕਰ ਰਿਹਾ ਨਾ, ਟਾਈਮ ਪਾਸ ਨਹੀਂ, ਇਤਿਹਾਸ ਲਿਖਿਆ ਹੋਇਆ ਹੈ। ਉਹਨੇ ਖੰਭ ਭੇਟ ਕੀਤੇ ਤੇ ਜਿਨ੍ਹਾਂ ਨੇ ਆਖਿਆ ਸੀ ਨਹੀਂ ਬਾਣੀ ਪੜ੍ਹਨ ਨਾਲ ਕੀ ਹੁੰਦਾ ਹੈ, ਜਿਹੜਾ ਗੁਰੂ ਪਾਤਸ਼ਾਹ ਮਹਾਰਾਜ ਦੇ ਤੋਸ਼ੇ ਖਾਨਦਾਨ ਚਾਹ ਸੀ ਭਾਈ ਆਲਮ ਸਿੰਘ, ਉਹਨੂੰ ਕਹਿਣ ਲੱਗੇ, ਆਲਮ ਸਿੰਘਾ ਇਹਨਾਂ ਖੰਭਾਂ ਨੂੰ ਸਾਡੇ ਤੀਰਾਂ ਦੇ ਨਾਲ ਜੋੜ ਦੇ, ਫਿੱਟ ਕਰ ਦੇ। ਉਹਨੇ ਕਰ ਦਿੱਤੇ। ਕਲਗੀਧਰ ਪਾਤਸ਼ਾਹ ਮੇਰੇ ਕਹਿਣ ਲੱਗੇ, ਆਓ ਸਿੰਘੋ ਤੁਹਾਨੂੰ ਵਿਖਾਈਏ ਵੀ ਗੁਰਬਾਣੀ ਕੀ ਕਰਦੀ ਹੈ। ਅੱਜ ਮੈਂ ਤੀਰ ਚਲਾਉਣੇ ਨੇ, ਜਿਹੜਾ ਤੁਹਾਡੇ ਚੋਂ ਦੌੜ ਕੇ ਤੀਰ ਚੁੱਕ ਕੇ ਲਿਆਵੇਗਾ, ਸਭ ਤੋਂ ਪਹਿਲਾਂ ਉਸ ਨੂੰ ਅਸੀਂ ਵਿਸ਼ੇਸ਼ ਇਨਾਮ ਦਿਆਂਗੇ, ਵਿਸ਼ੇਸ਼ ਸਤਿਕਾਰ ਕਰਾਂਗੇ ਉਹਦਾ, ਜਿਹਨੇ ਇੰਨੀ ਮਿਹਨਤ ਕੀਤੀ। ਕਲਗੀਧਰ ਪਾਤਸ਼ਾਹ ਨੇ ਤੀਰ ਚਲਾਏ, ਸਿੰਘਾਂ ਨੇ ਬੜੀ ਕੋਸ਼ਿਸ਼ ਕੀਤੀ, ਬੜੀ ਦੌੜ ਲਾਈ, ਪਰ ਤੀਰ ਹੱਥ ਵਿੱਚ ਨਾ ਆਏ। ਕਹਿਣ ਲੱਗੇ, ਮਹਾਰਾਜ ਪੈਰਵਾਈ ਤਾਂ ਬੜੀ ਕੀਤੀ, ਪਰ ਜਿਹੜੇ ਤੀਰ ਨੇ ਨਾ ਉਹ ਕਾਸ਼ ਨੂੰ ਜਾਂਦੇ ਦਿਸੇ ਨੇ, ਥੱਲੇ ਨਹੀਂ ਡਿੱਗੇ। ਗੁਰਦੇਵ ਕਹਿਣ ਲੱਗੇ, ਬਿਲਕੁਲ ਤੁਸੀਂ ਠੀਕ ਆਖਿਆ, ਪਰ ਡਿੱਗੇ ਕਿਉਂ ਨਹੀਂ ਤੁਹਾਨੂੰ ਪਤਾ? ਕਹਿੰਦੇ ਜੀ ਨਹੀਂ। ਜਿਹੜੀ ਮੈਂ ਗੱਲ ਕਹਿਣ ਲੱਗਾ ਇਹ ਆਮ ਪ੍ਰਚਲਿਤ ਨਹੀਂ, ਪਰ ਗ੍ਰੰਥਾਂ 'ਚ ਲਿਖੀ ਹੈ। ਕੁਰਾਨ ਵਿੱਚ ਵੀ ਇਹਦਾ ਜ਼ਿਕਰ ਹੈ ਤੇ ਬਾਕੀ ਧਰਮਾਂ ਵਿੱਚ ਜ਼ਿਕਰ ਹੈ। ਭਾਈ ਗੁਰਦਾਸ ਦੀਆਂ ਤੁਸੀਂ ਵਾਰਾਂ ਪੜ੍ਹਨੀਆਂ, ਉੱਥੇ ਅਨਲ ਮਨਲ ਦੋ ਪੰਛੀਆਂ ਦਾ ਜ਼ਿਕਰ ਲਿਖਿਆ ਹੈ। ਭਾਈ ਗੁਰਦਾਸ ਨੇ ਅਨਲ ਮਨਲ। ਪਵਿੱਤਰ ਕੁਰਾਨ ਦੇ ਵਿੱਚ ਇੱਕ ਪੰਛੀ ਦਾ ਨਾਂ ਲਿਖਿਆ, ਹੁਮਾ ਪੰਛੀ, ਜਿਹਨੂੰ ਹੁਮਾਯੂ ਵੀ ਕਹਿੰਦੇ ਨੇ, ਹੁਮਾ ਕਰਕੇ ਲਿਖਿਆ, ਹਾਹੇ ਨੂੰ ਔਂਕੜ, ਮੰਮੇ ਨੂੰ ਕੰਨਾਂ ਤੇ ਅੱਗੇ ਬਿੰਦੀ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਗੁਰਮੁਖੋ, ਮੈਂ ਨਾਲ ਆਪਣੀ ਸੇਫਟੀ ਲਈ ਕਹਿਣੇ ਵੀ ਤੁਸੀਂ ਕਹਿਣਾ ਵੀ ਗਿਆਨੀ ਜੀ ਕਿੱਥੇ ਲਿਖਿਆ, ਤੇ ਮੈਂ ਬੇਨਤੀ ਕੀਤੀ, ਇੱਕ ਭਾਈ ਗੁਰਦਾਸ ਨੇ, ਇੱਕ ਕੁਰਾਨ ਨੇ। ਆਕਾਸ਼ ਦੇ ਵਿੱਚ ਇੱਕ ਪੰਛੀ ਉੱਡਦਾ ਹੈ, ਉਹ ਥੱਲੇ ਨਹੀਂ ਉਤਰਦਾ। ਇਹ ਰੱਬ ਦੇ ਰੰਗ। ਆਕਾਸ਼ ਵਿੱਚ ਪੰਛੀ ਆਂਡਾ ਦਿੰਦਾ ਤੇ ਉਹ ਆਂਡਾ ਟੁੱਟ ਜਾਂਦਾ ਹੈ। ਆਂਡੇ ਦੇ ਟੁੱਟਣ ਦੇ ਨਾਲ ਜਿਹੜਾ ਉਹਦੇ 'ਚੋਂ ਪੰਛੀ ਨਿਕਲਦਾ ਹੈ, ਉਹਨੂੰ ਹੁਮਾ ਕਹਿੰਦੇ ਨੇ। ਉਹ ਜ਼ਿੰਦਗੀ ਪਰਜੰਤ ਕੁਝ ਖਾਂਦਾ ਪੀਂਦਾ ਨਹੀਂ, ਉੱਥੇ ਉਹ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ। ਮੈਂ ਵਾਰ-ਵਾਰ ਇਹ ਰਿਪੀਟ ਕਰ ਰਿਹਾ ਕਿਉਂਕਿ ਇਹ ਆਮ ਪ੍ਰਚਲਿਤ ਨਹੀਂ। ਭਾਈ ਗੁਰਦਾਸ ਨੇ ਤੇ ਕੁਰਾਨ ਵਿੱਚ ਇਸ ਗੱਲ ਦਾ ਦਾਅਵਾ, ਉਸ ਪੰਛੀ ਦਾ ਨਾਂ ਹੁਮਾ ਹੈ। ਬੇਨਤੀ ਮੈਂ ਕਰ ਰਿਹਾ ਵੀ ਗੁਰਬਾਣੀ ਪੜ੍ਹਨ ਦਾ ਕੀ ਫਾਇਦਾ? ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਸਿੰਘੋ ਤੁਸੀਂ ਕਿਹਾ ਵੀ ਤੀਰ ਥੱਲੇ ਨਹੀਂ ਡਿੱਗੇ, ਬਿਲਕੁਲ ਤੁਸੀਂ ਠੀਕ ਆਖਿਆ, ਦਰੁਸਤ ਆਖਿਆ। ਕਿਉਂ? ਜਿਹੜੇ ਸਾਡੇ ਤੀਰਾਂ ਨਾਲ ਖੰਭ ਲੱਗੇ ਸਨ, ਇਹ ਹੁਮਾ ਪੰਛੀ ਦੇ ਖੰਭਾਂ ਦੇ ਸਨ, ਔਰ ਉਹ ਪੰਛੀ ਆਕਾਸ਼ੀ ਹੋਣ ਕਰਕੇ ਉਹ ਇੱਥੋਂ ਦੇ ਤੀਰਾਂ ਨੂੰ ਤਾਂ ਲੈ ਗਿਆ। ਇਸੇ ਪ੍ਰਕਾਰ ਦਾ ਧੁਰਕੀ ਬਾਣੀ ਨਾਲ ਜੁੜੇਗਾ ਨਾ। ਆਪਾਂ ਪੜ੍ਹਦੇ ਧੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਤੁਰਦਾ ਪਾਵਨ ਖੀਰ, ਤੁਰਦਾ ਭਾਵ ਦਾ ਸੈਂਟਰ, ਕੇਂਦਰ, ਧੁਰਾ। ਗੁਰਮੁਖਾ ਧੁਰਦੀ ਬਾਣੀ ਨਾਲ ਜੁੜ ਜਾਏਗਾ, ਧੁਰ ਪਹੁੰਚੇਗਾ। ਜੇ ਅਧੂਰੀ ਗੱਲ ਪੜੇਗਾ ਤੇ ਅਧੂਰਾ ਪਨ ਰਹਿ ਜਾਏਗਾ। ਜੇ ਬ੍ਰਹਮਾ ਦੀ ਬਾਣੀ ਤੱਕ ਜੁੜੇਗਾ ਤੇ ਬ੍ਰਹਮਪੁਰੀ, ਜਿਹਦਾ ਆਪਾਂ ਜ਼ਿਕਰ ਗੁਰਬਾਣੀ 'ਚ ਪੜ੍ਹਦੇ ਹਾਂ, ਇੰਦਰਪੁਰੀ ਮੈਂ ਸਰ ਪਰ ਮਰਨਾ, ਬ੍ਰਹਮਪੁਰੀ ਨੇਚਲ ਨਹੀਂ ਰਹਿਣਾ। ਸ਼ਿਵਪੁਰੀ ਕਾ ਹੋਏਗਾ ਕਾਲਾ, ਤ੍ਰੈ ਗੁਣ ਮਾਇਆ ਬਿਨਸ ਬਤਾਲਾ। ਜਦੋਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਕਸ਼ਮੀਰ 'ਚ ਗਏ ਨੇ ਨਾ, ਮਾਤਾ ਭਾਗਪਰੀ ਦੇ ਕੋਲ,
ਮਾਤਾ ਭਾਗ ਭਰੀ ਗੁਰੂ ਘਰ ਦੀ ਪ੍ਰਚਾਰਕ ਸੀ। ਸਾਡਾ ਗੁਰੂ ਘਰ ਤੇ ਨੇਚਾ ਕਿੰਨਾ ਕੁ ਚਾਹੀਦਾ ਹੈ। ਉਹਨੇ ਮਾਤਾ ਨੇ ਖੱਦਰ ਦਾ ਰੇਜਾ ਤਿਆਰ ਕੀਤਾ ਤੇ ਕਹਿਣ ਲੱਗੀ, ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ, ਮੇਰੀ ਕੋਈ ਇੱਛਾ ਨਹੀਂ, ਮੇਰੀ ਇੱਕੋ ਇੱਕ ਇੱਛਾ ਵੀ ਤੂੰ ਇੱਥੇ ਆਵੇਂ ਤੇ ਮੈਂ ਇਸ ਖੱਦਰ ਦਾ ਤੈਨੂੰ ਚੋਲਾ ਪਵਾਵਾਂ ਤੇ ਮੈਂ ਉਹ ਚੋਲਾ ਤੈਨੂੰ ਵੇਖ ਕੇ ਮੱਥਾ ਟੇਕਾਂ ਤੇ ਮੈਨੂੰ ਤੇਰੀ ਚਰਨਾਂ 'ਚ ਥਾਂ ਮਿਲ ਜੇ, ਮੇਰੀ ਕੋਈ ਮੰਗ ਨਹੀਂ। ਇਹ ਸ਼੍ਰੀਨਗਰ ਦੇ ਰਹਿਣ ਵਾਲੀ ਮਾਤਾ ਭਾਗਪੁਰ ਦੀ ਇੱਛਾ ਸੀ। ਬਜ਼ੁਰਗ ਹੋ ਗਈ ਉਹ ਮਾਤਾ। ਉਹਦਾ ਪੁੱਤ ਦਾ ਨਾਮ ਹੈ ਸੇਵਾਦਾਸ ਤੇ ਉਹਦੇ ਸਾਥੀ ਕਹਿਣ ਲੱਗੇ, ਸੇਵਾਦਾਸਾ ਤੁਸੀਂ ਸਿੱਖ ਹੋ ਤੇ ਬਾਬੇ ਦੀ ਬਾਣੀ 'ਚ ਲਿਖਿਆ ਹੈ, 70 ਕਾ ਮਤਹੀਣ ਅਸੀਆਂ ਕਾ ਵਿਵਹਾਰ ਨਾ ਪਾਵੇ। ਜਿਹਨੂੰ ਭਾਈ ਗੁਰਦਾਸ ਕਹਿੰਦੇ ਆ 72 ਬਰੜਾਵੇ। ਤੇ ਤੇਰੀ ਮਾਂ 17 ਸਾਲਾਂ ਤੋਂ ਉੱਪਰ ਹੋ ਗਈ, ਤੇਰੀ ਮਾਂ ਦਾ ਦਿਮਾਗ ਫਿਰ ਗਿਆ। ਤੁਸੀਂ ਦੱਸੋ ਵੀ ਜਿਸ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਕੀਮਤੀ ਘੋੜੇ ਚੜ੍ਹਦੇ ਨੇ, ਜਿਹਨੂੰ ਦਿਸ਼ਾਲੇ ਭੇਟ ਕਰਦੇ ਨੇ, ਜਿਹਨੂੰ ਤੋਪਾਂ ਭੇਟ ਹੁੰਦੀਆਂ ਨੇ, ਭਲਾ ਖੱਦਰ ਤੋੜੇ ਲਈ ਇੱਥੇ ਆ ਜਾਏਗਾ? ਇਹ ਨਹੀਂ ਉਹਨੇ ਆਉਣਾ। ਲੇਕਿਨ ਮਾਤਾ ਕਹਿੰਦੀ ਬਿਲਕੁਲ ਲਾਜ਼ਮੀ ਆਏਗਾ। ਉਹਦੀ ਮਨ ਦੀ ਤੀਬਰ ਇੱਛਾ, ਉਹਦੀ ਭਾਵਨਾ ਨੂੰ ਲੈ ਕਰਕੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਸ਼੍ਰੀਨਗਰ ਗਏ। ਜਿਹੜੀ ਮੈਂ ਗੱਲ ਕਹਿਣ ਲੱਗਾ, ਮੈਂ ਸੰਤ ਬਾਬਾ ਕਰਤਾਰ ਸਿੰਘ ਹੋਲਾਂ ਕੋਲ ਪੜ੍ਹੀ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿਣ ਲੱਗੇ, ਮਾਤਾ ਤੂੰ ਬੜਾ, ਤੇਰੇ ਅੰਦਰ ਤੀਬਰ ਇੱਛਾ ਸੀ, ਕਾਰਨ ਕੋਈ ਸੁਣਾ ਹੱਡ ਬੀਤੀ, ਇੰਨੀ ਦ੍ਰਿੜਤਾ ਤੂੰ ਕਿਉਂ ਧਾਰੀ ਹੈ? ਕਹਿਣ ਲੱਗੀ, ਮਹਾਰਾਜ ਮੇਰੇ ਸਿਦਕ ਨੂੰ ਡਲਾਉਣ ਵਾਸਤੇ ਇੰਦਰ ਵੀ ਆਇਆ ਤੇ ਮੈਂ ਨਹੀਂ ਗਈ, ਬ੍ਰਹਮਾ ਵੀ ਆਇਆ ਤੇ ਮੈਂ ਨਹੀਂ ਗਈ। ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਵੀ ਮਾਤਾ ਕਿਉਂ? ਕਹਿੰਦੀ ਜੀ ਮੈਂ ਬਾਣੀ ਦੀ ਵਿਚਾਰ ਕਰਨੇ ਤੇ ਬਾਣੀ 'ਚ ਲਿਖਿਆ, ਇੰਦਰਪੁਰੀ ਮੈਂ ਸਰਪਰ ਮਰਨਾ, ਬ੍ਰਹਮਪੁਰੀ ਨੇਚਰ ਨਹੀਂ ਰਹਿਣਾ, ਸ਼ਿਵਪੁਰੀ ਕਾ ਹੋਏਗਾ ਕਾਲਾ, ਤ੍ਰੈ ਗੁਣ ਮਾਇਆ ਬਿਨਸ ਬਤਾਲਾ। ਆਪਰ ਰਜਾਨਾ ਹੀ ਪਾਠ ਕਰਦੇ, ਕਾਲ ਪਾਏ ਬ੍ਰਹਮਾ ਬੱਪ ਧਰਾ। ਇਹ ਰਜਾਨਾ ਪਾਠ ਕਰਦੇ, ਕਾਲ ਪਾਏ ਬ੍ਰਹਮਾ ਬੱਪ ਧਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਇਹ ਸਾਰੇ ਦੇ ਸਾਰੇ ਕਾਲ ਦੇ ਅਧੀਨ ਨੇ, ਲੇਕਿਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਾਲ ਦੇ ਅਧੀਨ ਨਹੀਂ ਜੇ। ਆਪਾਂ ਪ੍ਰਕਾਸ਼ ਕਿਉਂ ਕਰਦੇ ਹਾਂ? ਬ੍ਰਹਮਾ ਕਾਲ ਦੇ ਅਧੀਨ, ਸ਼ਿਵਜੀ ਕਾਲ ਦੇ ਅਧੀਨ, ਇੰਦਰ ਕਾਲ ਦੇ ਅਧੀਨ, ਤੇ ਆਪਾਂ ਜਿੰਨੇ ਬੈਠੇ ਹਾਂ ਆਪਾਂ ਕਾਲ ਦੇ ਅਧੀਨ ਆ। ਕਿਉਂ? ਕਦੇ ਆਪਾਂ ਵੀ ਨਹੀਂ ਰਹਿਣਾ। ਆਪਾਂ ਜਿੰਨੇ ਬੈਠੇ ਆ ਨਾ, ਆਪਾਂ ਵੀ ਰਹਿਣਾ। ਕਿਉਂਕਿ ਬਾਣੀ ਕਹਿੰਦੀ ਦੁਨੀਆ ਨਾ ਸਲਾਹੇ ਜੋ ਮਰ ਵੰਜ ਸੀ, ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ। ਵਾਓ ਮੇਰੇ ਸਾਹਿਬਾ ਵਾਓ। ਅਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਤਾਂ ਕਰਦੇ, ਕਾਲ ਦੇ ਅਧੀਨ ਨਹੀਂ, ਇਹ ਮੌਤ ਦੇ ਅਧੀਨ ਨਹੀਂ। ਆਪਾਂ ਮਰਨਾ ਤੇ ਸਾਡੇ ਪਰਿਵਾਰ ਦੇ ਮੈਂਬਰਾਂ ਨੇ, ਕਿਸੇ ਨੇ ਸਹਿਜ ਪਾਠ ਕਰਾਉਣਾ ਹੈ, ਕਿਸੇ ਨੇ ਅਖੰਡ ਪਾਠ ਕਰਾਉਣਾ, ਤੇ ਜਿਨ੍ਹਾਂ ਦੀ ਗੁੰਜਾਇਸ਼ ਨਹੀਂ ਉਹਨਾਂ ਨੇ ਕਹਿਣਾ ਸੁਖਮਨੀ ਸਾਹਿਬ ਨਾਲ ਹੀ ਕੰਮ ਟਾਲ ਦਈਏ। ਸਾਡੇ ਇਹ ਹੋਣਾ ਭੋਗ ਪੈਣ ਲੱਗੇ, ਲੇਕਿਨ ਐਸ ਬਾਪੂ ਦਾ ਭੋਗ ਨਹੀਂ ਪੈਣਾ। ਨਾ ਇਹਦਾ ਸਤਿਕਾਰ ਹੋਣਾ ਤੇ ਨਾ ਇਹਦਾ ਦੁਸਹਿਰਾ ਤੇ ਨਾ ਇਹਦੀ ਬਰਸੀ। ਤੁਹਾਡੇ 'ਚੋਂ ਕੋਈ ਬੰਦਾ ਜਿਹਨੂੰ ਗੁਰੂ ਘਰ ਨਾਲ ਨਫ਼ਰਤ ਹੈ, ਉਹ ਕਹੇਗਾ ਵੀ ਗਿਆਨੀ ਜੀ ਹੁਣ ਤੁਹਾਨੂੰ ਸੱਚੀ ਗੱਲ ਕਹਿਣ ਲੱਗ, ਗੁੱਸਾ ਨਾ ਕਰਿਆ ਜੀ, ਜਵਾਬ ਦਿਓ। ਤੇ ਗੁਰਮੁਖਾ ਤੂੰ ਭਾਈ ਸਵਾਲ ਕਰਦੇ, ਗੁੱਸਾ ਕਾਹਦਾ? ਤੁਸੀਂ ਨਾਲੇ ਕਹਿੰਦੇ ਵੀ ਸਾਡੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਭੋਗ ਨਹੀਂ ਪੈਣਾ, ਇਹਦੀ ਬਰਸੀ ਨਹੀਂ, ਤੇ ਜਿਹੜਾ ਇਹ ਭਲਾ ਕਾਂਡ ਹੋਇਆ ਬਾਈਬਲ ਕਰਾਂ, ਤੁਸੀਂ ਉਹਦਾ ਭੜਥੂ ਕਿਉਂ ਪਾਇਆ? ਫਿਰ ਇਹਨਾਂ ਰੌਲਾ ਕਿਉਂ ਪਾਉਂਦੇ ਹੋ? ਇੰਨੇ ਸਾਲ ਹੋ ਗਏ ਨੇ, ਤੁਸੀਂ ਕਹਿੰਦੇ ਵੀ ਜਿੰਨਾ ਚਿਰ ਨਿਆਂ ਨਹੀਂ ਮਿਲਦਾ ਅਸੀਂ ਕਿਸੇ ਨੂੰ ਛੱਡਣਾ ਨਹੀਂ, ਮਾਫ ਨਹੀਂ ਕਰਨਾ। ਤੇ ਜੇ ਤੁਹਾਡਾ ਗੁਰੂ ਦਾ ਸੰਸਕਾਰ ਨਹੀਂ ਹੁੰਦਾ, ਇਹਦੀ ਮੌਤ ਨਹੀਂ ਹੁੰਦੀ, ਫਿਰ ਭੜਥੂ ਕਾਹਦਾ? ਇਹ ਤੁਹਾਡਾ ਸ਼ੰਕਾ ਹੈ। ਜਿਹੜੇ ਦੇਹ ਧਾਰੀਆਂ ਦੇ ਚੇਲੇ ਮੈਂ ਜਵਾਬ ਦਿਆਂ, ਉਹਦਾ ਜਵਾਬ ਇਹ ਹੈ, ਜਿਹੜੀ ਚਾਦਰ ਹੈ ਇਹ ਵੀ ਇੱਕ ਕੱਪੜਾ ਹੈ, ਕਮੀਜ਼ ਵੀ ਕੱਪੜਾ ਹੈ, ਜਰਾਬਾਂ ਵੀ ਕੱਪੜਾ ਹੈ, ਪੱਗ ਵੀ ਕੱਪੜਾ ਹੈ।
ਅਸੀਂ ਮੇਜ਼ ਤੇ ਬੈਠੇ ਹਾਂ ਕੁਰਸੀ ਤੇ ਕੋਈ ਆਣ ਕੇ ਸਾਡੀਆਂ ਜਰਾਬਾਂ ਲਾਹ ਕੇ ਆਖੇ ਬਾਪੂ ਜੀ ਮੈਂ ਤੁਹਾਡੀਆਂ ਜਰਾਬਾਂ ਲਾਹ ਕੇ ਧੋਣੀਆਂ, ਤੇ ਆਪਾਂ ਕਹਿੰਦੇ ਪੁੱਤ ਤੇਰੀ ਮਿਹਰਬਾਨੀ, ਹੈ ਤਾਂ ਕੱਪੜਾ ਹੀ ਨਾ। ਲੇਕਿਨ ਇੱਕ ਬੰਦਾ ਆਣ ਕੇ ਸਾਡੀ ਪੱਗ ਨੂੰ ਹੱਥ ਪਾ ਲੇ, ਸਾਥੋਂ ਉੱਠਿਆ ਨਹੀਂ ਜਾਂਦਾ, ਅਸੀਂ ਕਹਿਣਾ ਪੁੱਤਰੋ ਇਹਨੂੰ ਫੜ ਲਓ ਸੁੱਕਾ ਨਾ ਜਾਏ। ਜਰਾਬਾਂ ਵੀ ਕੱਪੜਾ, ਪੱਗ ਵੀ ਕੱਪੜਾ, ਲੇਕਿਨ ਉੱਥੇ ਗੁੱਸਾ ਕਿਉਂ ਨਹੀਂ? ਸਾਡੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਕੋਈ ਮਾਰਨ ਵਾਲਾ ਜੰਮਿਆ ਨਹੀਂ। ਸਾਨੂੰ ਗੁੱਸਾ ਇਸ ਦਾ ਹੈ ਜਿਹੜੇ ਕਾਗਜ਼ ਨੇ ਇਹ ਸਾਡੇ ਗੁਰੂ ਦਾ ਚੋਲਾ ਨੇ, ਤੇ ਕਿਸੇ ਦੇ ਕੋਈ ਚੋਲੇ ਨੂੰ ਖਿੱਚੇ ਤੇ ਉਹਦੀ ਬੇਅਦਬੀ ਨਹੀਂ ਹੁੰਦੀ, ਇਨਸਲਟ ਨਹੀਂ ਹੁੰਦੀ। ਸਾਨੂੰ ਇਸ ਗੱਲ ਦਾ ਗਲਾ ਹੈ ਵੀ ਕਿਹੜਾ ਇਹੋ ਜਿਹਾ ਨਕੰਮੀ ਮਾਂ ਦਾ ਪੁੱਤ ਹੈ ਜਿਹਨੇ ਸਾਡੇ ਗੁਰੂ ਦੇ ਚੋਲੇ ਨੂੰ ਹੱਥ ਪਾਇਆ। ਸਾਨੂੰ ਚੋਲੇ ਦਾ ਇਤਰਾਜ਼ ਹੈ। ਸਾਡੇ ਗੁਰੂ ਨੂੰ ਮਾਰਨ ਵਾਲਾ ਕੋਈ ਨਹੀਂ, ਕਿਉਂਕਿ ਨਾ ਇਹ ਮਰੇ ਨਾ ਹੋਵੇ ਸੋਗ, ਦੇਂਦਾ ਰਹਿ ਨਾ ਚੂਕੇ ਭੋਗ, ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋਆ ਨਾ ਕੋਏ। ਇਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਉਹ ਹੈ ਜਿਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਵਿਆਖਿਆ ਵੀ ਸਾਡਾ ਗੁਰੂ ਹੈ। ਆਪਾਂ ਸਾਰੇ ਜਣੇ ਜਾਣਦੇ ਆ ਨਾ, ਤੇ ਪੰਕਤੀਆਂ ਵੀ ਪੜ੍ਹਦੇ ਆ। ਸੂਈ ਮਹੱਲਾ ਪੰਜਵਾ, ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਤੂੰ ਕੈਸਾ ਪਾਵੇ। ਇਹਦੀਆਂ ਅਖੀਰਲੀਆਂ ਪੰਕਤੀਆਂ ਨੇ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਾ ਰਾਖੀ ਮੇਰੀ। ਵੀ ਨਾ ਮੈਂ ਗਿਆਨੀ, ਨਾ ਮੈਂ ਧਿਆਨੀ, ਤੇ ਨਾ ਮੈਂ ਮਹਾਰਾਜ ਤੇਰੀ ਕਦਰ ਕੀਤੀ। ਹਾਂ ਮੈਂ ਨਿਕੰਮਾ, ਪਰ ਮੈਨੂੰ ਇੰਨਾ ਕੁ ਪਤਾ ਵੀ ਤੂੰ ਸਾਰਿਆਂ ਤੋਂ ਵੱਡਾ ਹੈ। ਕਿਉਂ? ਕਿਸੇ ਨੇ 3 ਗੁਰੂ ਧਾਰਨ ਕੀਤੇ, ਕਿਸੇ 2 ਗੁਰੂ ਧਾਰਨ ਕੀਤੇ, ਪਰ ਜਿੱਦਣ ਤੇਰਾ ਅਵਤਾਰ ਹੋਇਆ ਤੇਰੀ ਦੇਵਤਿਆਂ ਨੇ ਆਰਤੀ ਕੀਤੀ, ਤੂੰ ਤਾਂ ਵੱਡਾ ਹੈ। ਜਿੱਦਣ ਤੇਰਾ ਅਵਤਾਰ ਹੋਇਆ ਨਾ, ਪ੍ਰਕਾਸ਼ ਹੋਇਆ, ਤੇਰੀ ਉਦਣ ਵੀ ਦੇਵਤਿਆਂ ਨੇ ਆਰਤੀ ਕੀਤੀ। ਜਿੱਦਣ ਤੇਰਾ ਪ੍ਰਕਾਸ਼ ਹੋਇਆ, ਗੁਰੂ ਨਾਨਕ ਪਾਤਸ਼ਾਹ ਜਿਹੜੀ ਦੌਲਤਾਂ ਦਾਈ ਸੀ ਨਾ, ਦੌਲਤਾਂ ਦਾਈ, 1 ਵਜੇ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਤੇ ਬਾਬਾ ਕਲਿਆਣ ਰਾਏ ਬਾਹਰ ਵਿਹੜੇ ਵਿੱਚ ਡੀਕ ਰਿਹਾ, ਤੇ ਉਹਨੇ ਆਣ ਕੇ ਆਖਿਆ ਮਹਿਤਾ ਵਧਾਈ ਹੋਵੇ ਵਧਾਈ। ਤੇ ਬਾਬਾ ਕਲਿਆਣ ਰਾਏ ਕਹਿਣ ਲੱਗਾ ਦੌਲਤਾਂ ਸੁੱਕੀਆਂ ਵਧਾਈਆਂ ਨਹੀਂ, ਆ ਮੈਂ ਤੈਨੂੰ ਕੁਝ ਨਾ ਕੁਝ ਦਿਆਂ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਬੇਬੇ ਨਾਨਕੀ ਤੋਂ 5 ਸਾਲ ਛੋਟੇ ਸਨ, ਦੁਨਿਆਵੀ ਨਿਯਮ ਕਰਕੇ। ਬੇਬੇ ਨਾਨਕੀ ਦਾ ਜਨਮ ਆਪਣਾ ਖਾਲੜੇ ਦੇ ਅੱਗੇ ਹਡਿਆਰਾ ਹੈ, ਹਡਿਆਰੇ ਦੇ ਲਾਗੇ ਪਿੰਡ ਹੈ ਚਾਲ। ਗੁਰੂ ਨਾਨਕ ਪਾਤਸ਼ਾਹ ਦੇ ਨਾਨਕ ਉਸ ਪਿੰਡ ਵਿੱਚ ਸਨ। ਖਾਲੜੇ ਦੇ ਬਹੁਤ ਲਾਗੇ ਨੇ ਚਾਲ ਪਿੰਡ, ਜਿੱਥੇ ਬੇਬੇ ਨਾਨਕੀ ਦਾ ਜਨਮ ਹੋਇਆ। ਜਦੋਂ ਕਹਿਣ ਲੱਗੇ ਨਾ ਦੌਲਤਾਂ ਲਾਗੇ ਆ, ਤੇ ਦੌਲਤਾਂ ਦਾਈ ਕਹਿਣ ਲੱਗੀ ਮਹਿਤਾ ਰਹਿਣ ਦੇ, ਤੇਰੇ ਪੁੱਤ ਦੇ ਦਰਸ਼ਨ ਕਰਕੇ ਮੇਰੀਆਂ ਭੁੱਖਾਂ ਲਹਿ ਗਈਆਂ। ਇੱਥੇ ਮੈਂ ਬੇਨਤੀ ਕਰਾਂ ਆਪਣੇ ਭਾਈਚਾਰੇ ਨੂੰ, ਬੀਬੀ ਦੌਲਤਾਂ ਨੇ ਗੁਰੂ ਕੇ ਦਰਸ਼ਨ ਕੀਤੇ ਤੇ ਉਹਨੂੰ ਸੰਤੋਖ ਆ ਗਿਆ, ਤੇ ਗੁਰੂ ਨਾਨਕ ਪਾਤਸ਼ਾਹ ਤੇ ਕਥਾ ਤੇ ਕੀਰਤਨ ਕਰਦੇ ਕਿ ਸਾਨੂੰ ਵੀ ਸੰਤੋਖ ਦੇ ਦੇ, ਸਾਨੂੰ ਵੀ ਸਬਰ ਆ ਜਾਏ। ਕਹਿਣ ਲੱਗੀ ਮਹਿਤਾ ਮੇਰੇ ਕੋਲ ਜਿੰਨੇ ਵੀ ਬੱਚਿਆਂ ਦਾ ਜਨਮ ਹੋਇਆ ਸਾਰੇ ਰੋਂਦੇ ਹੀ ਆਏ, ਇਹ ਤੇਰਾ ਪਹਿਲਾ ਬੱਚਾ ਹੈ ਜਿਹੜਾ ਹੱਸਦਾ ਆਇਆ, ਤੇ ਤੂੰ ਦੇਣ ਤੇ ਲੈਣ ਦੀ ਗੱਲ ਕੀਤੀ ਹੈ, ਮੇਰੀ ਨਿਗਾਹ ਕੰਮ ਨਹੀਂ ਸੀ ਕਰਦੀ। ਜਿਹੜਾ ਆਪਾਂ ਕਹਿੰਦੇ ਨਾ ਆ ਕਾਲਾ, ਜਿਹੜਾ ਨਿਗਾਹ ਵਾਸਤੇ ਆਪਾਂ ਕਹਿੰਦੇ ਆ ਮੋਤੀਆ ਉਤਰਾਉਂਦਾ, ਕਾਲਾ ਮੋਤੀਆ ਚਿੱਟਾ ਮੋਤੀਆ, ਉਹਦੀ ਨਿਗਾਹ ਘੱਟ ਸੀ। ਗੁਰੂ ਨਾਨਕ ਪਾਤਸ਼ਾਹ ਧਾਰ ਕੀਤੇ ਤੇ ਬੀਬੀ ਦੌਲਤਾਂ ਦੀ ਨਿਗਾਹ ਪੂਰੀ ਹੋ ਗਈ। ਗਿਆਨੀ ਜੀ ਕੁਫਰ ਤੋਲਦੇ, ਝੂਠ ਬੋਲਦੇ, ਕਿਵੇਂ ਹੋ ਸਕਦਾ ਹੈ? ਮੇਰੀ ਕੀ ਤਾਕਤ ਹੈ ਬੋਲਾਂ? ਗੁਰਬਾਣੀ ਕਹਿੰਦੀ ਨੇਤਰ ਪ੍ਰਕਾਸ਼ ਕੀਆ ਗੁਰਦੇਵ। ਜਿਹੜਾ ਗੁਰਦੇਵ ਹੈ ਨਾ, ਇਹ ਨੇਤਰਾਂ ਵਿੱਚ ਚੰਨ ਦੇ ਦਿੰਦਾ ਹੈ, ਤੇ ਚੰਨ ਦੀ ਲੈਣਾ ਕਿੱਥੋਂ ਪਵੇਗਾ? ਜਿੱਥੋਂ ਆਰੰਭ ਕੀਤਾ ਸੀ ਗੁਰਬਾਣੀ, ਇਸ ਜੱਗ ਮੈਂ ਚਾਨਣ ਕਰਮ ਵਸੇ ਮਨ ਆਏ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਤੋਂ ਪਹਿਲਾਂ ਵੇਦ ਸਨ, ਕਿਤਾਬਾਂ ਸਨ, ਕੁਰਾਨ ਸੀ, ਪੁਰਾਣ ਸੀ। ਪਰ ਮੈਂ ਨਾਲ ਬੇਨਤੀ ਕੀਤੀ ਹੈ, ਜਿਵੇਂ ਬਿਜਲੀ ਦੇ ਚੰਨ ਤੋਂ ਪਹਿਲਾਂ ਮਿੱਟੀ ਦੇ ਤੇਲ ਦੇ ਦੀਵੇ ਸਨ, ਸਰੋਂ ਦੇ ਤੇਲ ਦੇ ਦੀਵੇ ਸਨ,
ਪਰ ਅੱਜ ਆਪਾਂ ਮਿੱਟੀ ਤੇ ਸਰੋਂ ਦੇ ਤੇਲ ਦੇ ਤੀਵੇ ਚਗਾਉਣੀ ਚਾਹੁੰਦੇ, ਅੱਜ ਬੜਨ ਨਾ ਪਿਆ ਤੇ ਬਿਜਲੀ ਚਮਕਣ ਲੱਗ ਪਈ। ਇਸ ਪ੍ਰਕਾਰ ਜਿਵੇਂ ਉਹਨਾਂ ਦੀਵਿਆਂ 'ਚ ਕਾਲਖ ਸੀ ਨਾ, ਉਹਨਾਂ ਦੀ ਵੰਡ ਸੀ ਵੀ ਇਹ ਇਕੱਲੇ ਹਿੰਦੂਆਂ ਵਾਸਤੇ ਹੈ, ਇਕੱਲੇ ਮੁਸਲਮਾਨਾਂ ਵਾਸਤੇ ਹੈ। ਲੇਕਿਨ ਬਾਬੇ ਦੀ ਬਾਣੀ 'ਚ ਕਾਲਖ ਹੈ ਨਹੀਂ। ਇਹ ਕਹਿੰਦੇ ਇਹਨੂੰ ਕੋਈ ਵੀ ਪੜ੍ਹ ਲੇ ਸਾਰਿਆਂ ਦੀ ਕਲਿਆਣ ਕਰੇਗੀ, ਇਹ ਸਾਰਿਆਂ ਦੀ ਕਲਿਆਣ ਕਰੇਗੀ। ਲੇਕਿਨ ਗੁਰਮੁਖੋ ਜਿਵੇਂ ਬਿਜਲੀ ਦਾ ਚੰਨ ਆਪਾਂ ਲਵਾਉਣੇ ਆਪਣੇ ਘਰਾਂ 'ਚ, ਇਹਦੇ ਵਾਸਤੇ ਆਪਾਂ ਨੂੰ ਮਿਹਨਤ ਕਰਨੀ ਚਾਹੀਦੀ ਹੈ। ਇਵੇਂ ਨਹੀਂ ਵੀ ਸਾਡੇ ਘਰ ਬਲਬ ਜਾਗੇਗਾ, ਸਾਨੂੰ ਕੁਝ ਨਾ ਕੁਝ ਕਰਨਾ ਪਏਗਾ। ਜਿਹੜੇ ਸਾਡੇ 4 ਤਖਤ ਨੇ, ਇਹ ਵੱਡੇ ਵੱਡੇ ਜਿਹੜੇ ਸਾਡੇ ਉਹ ਸਟੇਸ਼ਨ ਹਨ, ਜਿਹੜੇ ਥੰਬਲੇ ਨੇ, ਇਹ ਸਾਡਾ ਨਿਸ਼ਚਾ ਹੈ। ਜਿਹੜਾ ਵਿਰਾਗ ਧਾਰਨ ਕਰਨਾ, ਇਹ ਤਾਰਾਂ ਨੇ। ਜਿਹੜਾ ਗੁਰੂ ਕਾ ਅੰਮ੍ਰਿਤ ਛਕਣਾ, ਇਹ ਮੀਟਰ ਲਵਾਉਣਾ ਹੈ। 2 ਤਾਰਾਂ ਹੁੰਦੀਆਂ, ਇੱਕ ਨੈਗੇਟਿਵ ਤੇ ਪੋਜ਼ਿਟਿਵ। ਬੁਰਾਈਆਂ ਨੂੰ ਤਿਆਗਣਾ, ਇਹ ਨੈਗੇਟਿਵ ਤਾਰ ਹੈ। ਚੰਗਿਆਈਆਂ ਨੂੰ ਪਾਉਣਾ, ਇਹ ਪੋਜ਼ਿਟਿਵ ਤਾਰ ਹੈ। ਫਿਰ ਜਦੋਂ ਆਪਾਂ ਸਵਿੱਚ ਨੂੰ ਨੀਵਾਂ ਕਰਦੇ, ਬਲਬ ਤਾਂ ਜਗਦਾ, ਜੇ ਤਾਂ ਕਰੀਏ ਤੇ ਬੁੱਝ ਜਾਂਦਾ ਹੈ। ਇਸੇ ਤਰ੍ਹਾਂ ਗੁਰਮੁਖੋ ਇਹ ਗੁਰਬਾਣੀ ਦਾ ਚੰਨ ਕਦੋਂ ਹੋਵੇਗਾ? ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਾ ਰਾਖਾ ਆਪ ਵਾਹਿਗੁਰੂ। ਜਿਵੇਂ ਆਪਾਂ ਸਵਿੱਚ ਥੱਲੇ ਕਰਦੇ ਤੇ ਬਲਬ ਜਗਦਾ ਨਾ, ਇਸੇ ਤਰ੍ਹਾਂ ਮਨ ਨੀਵਾਂ ਕਰਾਂਗੇ, ਗੁਰੂ ਕੀ ਬਾਣੀ ਦਾ ਪ੍ਰਕਾਸ਼ ਹੋਵੇਗਾ, ਵਰਨਾ ਗੱਲ ਨਹੀਂ ਜੇ ਬਣਨੀ। ਇਸ ਕਰਕੇ ਆਪਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਨਾਲ ਜੁੜਦੇ ਹਾਂ, ਪ੍ਰਕਾਸ਼ ਕਰਦੇ ਹਾਂ। ਕਿਉਂਕਿ ਮੈਂ ਆਰੰਭ ਕੀਤਾ, ਇਹ ਵੰਡੀਆਂ ਨਹੀਂ ਪਾਉਂਦੀ, ਇਹ ਸਾਰਿਆਂ ਦੀ ਸਾਂਝੀ ਹੈ। ਗੁਰੂ ਪੰਚਮ ਪਾਤਸ਼ਾਹ ਦਾ ਇੱਕ ਸ਼ਬਦ ਆਉਂਦਾ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਜਿਹੜਾ ਗਿਆਨ ਦੇ ਦੁਆਰਾ ਜਾਣਿਆ ਜਾਂਦਾ ਨਾ ਪਰਮਾਤਮਾ, ਉਹਦੇ 'ਚ ਬਾਬੇ ਨਾਮਦੇਵ ਦਾ ਮਨ ਲੀਨ ਹੋ ਗਿਆ। ਤੇ ਬਾਬੇ ਨਾਮਦੇਵ ਦਾ ਮਨ ਲੀਨ ਹੋਣ ਦਾ ਕਾਰਨ ਜੋ ਆਪਾਂ ਮਾਪਿਆਂ ਕੋਲ ਵੀ ਨਹੀਂ ਉਹ ਕੁਝ ਮਿਲੇਗਾ ਨਾ। ਭਾਈ ਗੁਰਦਾਸ ਲਿਖਦੇ ਨੇ, ਕੰਮ ਕਿਤੇ ਪਿਉ ਚੱਲਿਆ, ਨਾਮਦੇਵ ਨੂੰ ਕਹਿ ਸਮਝਾਇਆ, ਠਾਕਰ ਦੀ ਪੂਜਾ ਕਰੀ ਦੁੱਧ ਪਿਆਵਣ ਕਹਿ ਸਮਝਾਇਆ। ਪਿਓ ਚੱਲਿਆ ਕੰਮ ਤੇ ਆਪਣੇ ਪੁੱਤ ਨੂੰ ਕਹਿਣ ਲੱਗਾ, ਪੁੱਤਰ ਠਾਕਰਾਂ ਦੀ ਪੂਜਾ ਕਰੀ, ਇਹਨੂੰ ਦੁੱਧ ਪਿਆਈ, ਨਾਮ ਦਿਓ ਇਸ਼ਨਾਨ ਕਰ, ਕਪਲ ਕਾਏ ਦੋਏ ਕੇ ਚੋਲਾ। ਹੁਣ ਉਹਨੂੰ ਚਾਅ ਚੜਿਆ ਵੀ ਅੱਜ ਮੈਂ ਭਗਵਾਨ ਨੂੰ ਭੋਗ ਲਵਾਉਣਾ, ਤੇ ਅੱਜ ਟਾਈਮ ਤੋਂ ਪਹਿਲਾਂ ਉਹਨੇ ਜਾ ਕੇ ਗਾਂ ਚੋ ਲਈ। ਔਰ ਉਸ ਮੂਰਤੀ ਵਿੱਚੋਂ ਭਗਵਾਨ ਨੇ ਦਰਸ਼ਨ ਦਿੱਤੇ। ਕਹਿਣ ਦਾ ਭਾਵ ਹੈ ਕਿ ਧਰਮ ਨਿਸ਼ਚੇ ਤੇ ਖਲੋਤਾ, ਨਿਸ਼ਚੇ ਤੇ ਭਰੋਸੇ ਤੇ। ਔਰ ਉਹ ਗੋਬਿੰਦ ਦੇ ਨਾਲ ਬਾਬਾ ਨਾਮਦੇਵ ਇੰਨਾ ਲੀਨ ਹੋਇਆ ਹੈ, ਉਹਦੀ ਭਗਵਾਨ ਇੰਨੀ ਮੰਨਦਾ ਹੈ। ਲੋਕੀ ਮੰਦਰਾਂ ਵਾਲੇ ਪਾਸੇ ਨੂੰ ਮੂੰਹ ਕਰਦੇ ਤੇ ਮੰਦਰ ਨਾਮਦੇਵ ਵਾਲੇ ਪਾਸੇ ਮੂੰਹ ਕਰਦਾ। ਲੋਕੀ ਮੰਦਰ ਵਾਲੇ ਪਾਸੇ ਵੱਲ ਮੂੰਹ ਕਰਦੇ ਤੇ ਭਗਵਾਨ ਨਾਮਦੇਵ ਵਾਲੇ ਪਾਸੇ ਨੂੰ ਮੂੰਹ ਕਰਦਾ। ਤੁਸੀਂ ਕਿਤੇ ਹਜ਼ੂਰ ਸਾਹਿਬ ਨੂੰ ਗਏ ਹੋ, ਮੈਨੂੰ ਮੌਕਾ ਮਿਲਿਆ, ਉੱਥੇ ਇੱਕ ਉਂਡਾ ਸ਼ਹਿਰ ਹੈ, ਉੱਥੇ ਧਰਮ ਦੇ ਠੇਕੇਦਾਰ ਨਾਮਦੇਵ ਨੂੰ ਅੰਦਰ ਨਹੀਂ ਜਾਣ ਦਿੰਦੇ ਵੀ ਤੇਰੀ ਜਾਤ ਨਹੀਂ, ਵੀ ਬਾਹਰ ਹੋ ਜਾ ਦਰਵਾਜ਼ੇ ਤੋਂ ਬਾਹਰ। ਬਾਬਾ ਨਾਮਦੇਵ ਕਹਿਣ ਲੱਗਾ ਵੀ ਇਹਨਾਂ ਦਾ ਕੱਢ ਦਿੱਤਾ ਠੇਕੇਦਾਰਾਂ ਨੇ, ਤੂੰ ਤਾਂ ਮੇਰਾ ਭਗਵਾਨ, ਤੂੰ ਤਾਂ ਨਾਰਾਜ਼ ਨਾ ਹੋ। ਉੱਥੇ ਬਾਬੇ ਨਾਮਦੇਵ ਨੇ ਇੱਕ ਸ਼ਬਦ ਉਚਾਰਿਆ ਜੋ ਬਾਣੀ ਦਰਜ ਹੈ, ਹਾਸਤ ਖੇਲ ਤੇਰੇ ਦਿਉਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਲੈ ਕਮਲੀ ਚੱਲਿਓ ਪਲਟਾਏ, ਦਿਉਰੇ ਪਾਛੇ ਬੈਠਾ ਜਾਏ, ਜਿਉਂ ਜਿਉਂ ਨਾਮਾ ਹਰ ਗੁਣ ਉਚਰੇ, ਭਗਤ ਜਨਾ ਕਾ ਦਿਉਰਾ ਫਿਰੇ। ਆਪਾਂ ਕਹਿੰਦੇ ਵੀ ਗੁਰੂ ਨਾਨਕ ਪਾਤਸ਼ਾਹ ਮੇਰੇ ਚਰਨਾਂ ਨਾਲ ਮੱਕਾ ਫਿਰਿਆ, ਆਪਾਂ ਸਾਊਦੀ ਅਰਬ ਨਹੀਂ ਜਾ ਸਕਦੇ, ਲੇਕਿਨ ਆਪਾਂ ਹਜ਼ੂਰ ਸਾਹਿਬ ਕੋਲ ਜਾ ਕੇ ਵੇਖ ਲਈਏ ਵੀ ਜੇ ਬਾਬੇ ਨਾਮਦੇਵ ਨੇ ਦਿਉਰਾ ਫੇਰਿਆ ਤੇ ਬਾਬਾ ਨਾਨਕ ਮੱਕੇ ਨੂੰ ਕਿਉਂ ਨਾ ਘੁਮਾਵੇਗਾ। ਆ ਕਈ ਤਰਕ ਕਰਦੇ ਨੇ ਨਾ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਖੀਣਾ। ਮੈਨੂੰ ਜਦੋਂ ਮੈਂ ਅੱਧੀ ਇਹ ਸ਼ਬਦ ਪੜ੍ਹਦਾ ਨਾ ਤੇ ਮੈਨੂੰ ਹਾਸਾ ਬੜਾ ਆਉਂਦਾ ਆਪਣੇ ਆਪ ਤੇ। ਜਿਹੜੇ ਕਈ ਸਾਨੂੰ ਟੇਸਮ ਸਾਡੇ ਬਾਰੇ ਕਈ ਕਹਿੰਦੇ ਨੇ ਟਕੇ ਦਾ ਗ੍ਰੰਥੀ, ਸਾਨੂੰ ਕਹਿੰਦੇ ਨੇ ਟਕੇ ਦਾ ਗ੍ਰੰਥੀ। ਜਿਹੜੇ ਆਕੜ ਖੋੜ ਨੇ ਨਾ ਸਾਨੂੰ ਕਹਿੰਦੇ ਟਕੇ ਦਾ ਗ੍ਰੰਥੀ। ਤੇ ਮੇਰਾ ਡਰਾਈਵਰ ਸਿੰਘ ਕਹਿੰਦਾ, ਗਿਆਨੀ ਜੀ ਇਹ ਤੁਹਾਨੂੰ ਕੀ ਕਹਿੰਦੇ? ਮੈਂ ਕਿਹਾ ਇਹਨਾਂ ਦੀ ਮਿਹਰਬਾਨੀ, ਕਮ ਸੋ ਕਮ ਟਕਾ ਵੀ ਕੁਝ ਨਾ ਕੁਝ ਹੈ ਨਾ। ਟਕੇ ਦੀ ਵੀ ਕੀਮਤ, ਜੇ ਟਕੇ ਦੇ ਬਣਨ ਕਹਿੰਦੇ ਆਪਾਂ ਕਿ ਲੱਤ ਭੰਨ ਦਿਆਂਗੇ।
क्योंकि बंदा तो है कख नहीं। बाणी कहती है नरू मरे नर काम ना आवे, पशु मरे दस काज सवारे, अपने कर्म की गत मैं क्या जानो। बाबा रे पशु मर जाए उसदियां हड्डियां भी कम, ਉਹਦਾ चमड़ा भी कम, साडा तो यह भी काम नहीं होना। पर फिर भी लोगों ने सानू टके का ग्रंथी आख्या, उन्होंने मेहरबानी। टका तो बड़ा महान है। टके दे नाल भाई मरदाने ने सच झूठ का सौदा खरीदिया सी सियालकोट। लंबी कथा है, बिच मैं 2 की पॉइंट गल कही है। नाम दिओ आड़ दाम को शीपर होयो लखीणा, बुनना तड़ना त्याग के प्रीत चरण कबीरा, नीज कुला जलारा पयो गुनी गीरा। बाबा कबीर दुनिया दी सोचां तो उपर उठ के रब नाल जुड़ गया, लखां दा बन गया। आड़ दाम को शीपरू अपने होया लखीणा। इत्थे बाबे कबीर बारे आउंदा, बुनना तड़ना त्याग के प्रीत चरण कबीरा, नीज कुला जलारा भयो गुनी गहीरा। रविदास ढोहंता ढोर नीत तिन त्यागी माया, प्रगट हुआ साध संग हर दर्शन पाया। चमड़े का काम करने वाला बाबा रविदास गंगा ते गए ने धार्मिक लोग ते कहंदा गुरमुखो मेरा भी थोड़ा जिहा हिस्सा पा लो। कसीरा दिता अद्धा पैसा ते प्रबंधक जथेदार नूं कहण लगे मित्रा भी मेरी 10 नवां दी कमाई है, गंगा माता नूं दान देना। उन्होंने कहना भी पहला हथ दे के फड़, जे माता गंगा लवे तो देना, नहीं तो मेरी मेहनत ना गवा दी। उत्थे भाई गुरदास लिखते हैं भगत भगत जग वजिया, चौं चक्कां विच मरेटा, पाणा गंढे राह विच कुला धर्म ढोर समीटा। ज्यों कर मैले चीथड़े हीरा लाल अंबोल प्लेटा। और ਉਹਦੇ ਵਿੱਚ ਆਉਂਦਾ ਲੈ ਕਸੀਰਾ ਹੱਥ ਕੱਢ, ਭਗਤ ਜਨਾ ਹਰ ਮਾਂ ਪਿਓ ਬੇਟਾ। ਕਹਿਣ ਦਾ ਭਾਵ ਕਿ ਕੋਈ ਜਾਤੀ ਵੱਡੀ ਨਹੀਂ, ਕੋਈ ਵਿਅਕਤੀ ਵੱਡਾ ਨਹੀਂ, ਕੇਵਲ ਤੇ ਕੇਵਲ ਇੱਕ ਭਗਵਾਨ ਦਾ ਨਾਮ ਹੀ ਵੱਡਾ ਹੈ। ਰਵਿਦਾਸ ਢੋਹੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ। ਆਪਣੇ ਇਲਾਕੇ ਦਾ 5 ਵੜ ਦੇ ਲਾਗੇ ਸੋਹਲ ਪਿੰਡ ਹੈ ਨਾ, ਬਾਬਾ ਸੈਨਾ ਜੀ ਇਸ ਪਿੰਡ ਦੇ ਹੋਏ ਨੇ। ਉਹਨਾਂ ਦਾ ਸਥਾਨ ਵੀ ਬਣਿਆ। ਬਾਬਾ ਸੈਨਾ ਰਾਜੇ ਦੀ ਬਾਰਿਸ਼ ਕਰਦਾ ਸੀ। ਰਾਜੇ ਨੂੰ ਬਿਮਾਰੀ ਸੀ ਕੋਈ, ਪਰ ਢੋ ਢੁੱਕਾ ਬਾਬੇ ਸੈਨੇ ਦੇ ਘਰ ਰੱਬ ਦੇ ਪਿਆਰੇ ਆਏ ਤੇ ਕਹਿਣ ਲੱਗੇ ਰੋਜ਼ ਮਾਰਸ਼ਾਂ ਕੀਤੀਆਂ ਨੇ, ਅੱਜ ਰਾਤ ਨੂੰ ਕੀਰਤਨ ਸੁਣਨਾ, ਆਨੰਦ ਮਾਣਨਾ। बाबा नामदेव ने सारी रात कीर्तन किया। भगवान ने नामदेव की थां ते जाकर माफ़ करना सैने की थां ते जाके मालिश की ते राजे ने आख्या गुरमुखा हुण तेरी पेंशन लगी, रात तू इहो जी मेरी मालिश की भी मेरी तकलीफ दूर हो गई है। पौड़ी च भाई गुरदास लिखते हैं सुन प्रताप कबीर दा दूजा सिख हुआ सैन आई, आए संत प्राहुणे कीर्तन हुआ रहन सबाई। छड़ ना सके संजां राज द्वार ना सेव कराई। सो इस प्रकार कहण दा भाव सारी साखी का निचोड़ ये है, जेड़े ओहदे हो गए भगवान उन्हां दा हो गया। सैन नाई बदकारिया वो घर घर सुनिया, हिरदे वसा वस्या पार ब्रह्म भगतां मैं गणिया। ये बिद सुन के जाट रोट भगती लागा, मिले परताखो गसाइयां धना वडभागा। दूजियां दी रीसो रीस बाबा धना वो भी रब का नाम लैन लग पिया और वड्डे भागां वाला बन गया। कहण दा भाव कि भगवान का नाम ही वड्डा है। जदों असीं गुरु ग्रंथ सच्चे पातशाह नूं मत्था टेकदे हैं ना, बाबे धन्ने दे अगे ना मत्था टां टेकदे हैं, बाबे धन्ने दे अंदर नाम बोलदा, बाबे धन्ने दे चमड़े नूं मत्था नहीं टेकदे। बाबे फरीद के अंदर नाम का दीवा जगदा सी, उस नाम नूं मत्था टेकदे हैं। जिन्ना महापुरुषों ने रब का नाम लिया वो साडे पूजन के योग हो गए, क्योंकि सारिਆਂ तो वड्डा केवल ते केवल एक परमात्मा का नाम है। और ये नाम का खजाना ने धन गुरु ग्रंथ सच्चे पातशाह इन्हां कोल तां पाउने क्योंकि साडे अंदर अंधेरा है। दीवा भले अंधेरा जाए, साडे अंदर अंधेरा ते दीवा जगन नाल अंधेरा जाएगा। ते दीवा किहड़ा सतगुर शब्द हजारों दीपा, बिन स्यो अंधकार ते मंदिर, रतन कोठरी खुली अनूपा।
ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਅੰਦਰ ਇਹ ਨਾਮ ਦਾ ਦੀਵਾ ਜਗ ਪਿਆ, ਉਹਨਾਂ ਨੂੰ ਆਪਣੇ ਆਪ ਦੀ ਸੋਝੀ ਆ ਗਈ। ਇਸ ਕਾਰਨ ਕਰਕੇ ਤੁਸੀਂ ਗੁਰਮੁਖੋ ਜਿਹੜਾ ਸਾਲ ਬਾਅਦ ਇਹ ਉਪਰਾਲਾ ਕਰਦੇ ਹੋ, ਸਤਿਗੁਰੂ ਪਾਤਸ਼ਾਹ ਤੁਹਾਨੂੰ ਹੋਰ ਬਲ ਬਖਸ਼ਣ, ਬੁੱਧੀ ਬਖਸ਼ਣ। ਇਹ ਹਜ਼ੂਰ ਦੇ ਚਰਨਾਂ ਵਿੱਚ ਨਿਵਾਸ ਬੇਨਤੀ ਹੈ। ਪਰ ਇਹ ਗੱਲ ਦਾ ਤੁਹਾਡਾ ਧੰਨਵਾਦ ਵੀ ਤੁਸੀਂ ਛਬੀਲ 'ਤੇ ਬੰਦੇ ਜ਼ਿਆਦੇ ਸੀ, ਦੀਵਾਨ ਵਿੱਚ ਘੱਟ ਸੀ। ਛਬੀਲ ਲਾਇਆ ਕਰੋ, ਬੜੀ ਚੰਗੀ ਗੱਲ, ਪਰ 2-4 ਉੱਥੇ ਖਲੋਇਆ ਕਰੋ। ਤੁਸੀਂ ਤਾਂ ਉੱਥੇ ਪੂਰੀ ਫੌਜ ਖਿਲਾਰੀ ਹੈ। ਇਹ ਸਮਾਗਮ ਤਾਂ ਕਰੀਦੇ ਵੀ ਆਪਾਂ ਕੋਈ ਗੁਰੂ ਦੀ ਗੱਲ ਸੁਣੀਏ, ਕੋਈ ਸੁਣਾਈਏ। ਇਹ ਨਹੀਂ ਵੀ ਤੁਹਾਡਾ ਉਹ ਕੰਮ ਮਾੜਾ, ਕੰਮ ਬੜਾ ਚੰਗਾ, ਪਰ ਉੱਥੇ ਵਾਰੀ-ਵਾਰੀ 2-4 ਬੰਦੇ ਡਿਊਟੀ ਦਿਆ ਕਰੋ। ਮੈਂ 15-20 ਬੰਦੇ ਤੇ ਮੈਂ ਡਰ ਗਿਆ। ਮੈਂ ਕਿਹਾ ਤੇ ਘੇਰ ਲਿਆ, ਕਿਤੇ ਕੁੱਟਣ ਨਾ। ਮੈਨੂੰ ਕਹਿੰਦਾ ਨੇ ਗਿਆਨੀ ਛਬੀਲ ਵਾਲੇ ਭਰਾ ਨੇ। ਇਸ ਕਰਕੇ ਬੇਨਤੀ ਹੈ ਵੀ ਤੁਹਾਡਾ ਉਪਰਾਲਾ ਬੜਾ ਚੰਗਾ ਹੈ, ਪਰ ਆਪਣਾ ਇਹ ਸਮਾਗਮ ਕਰਦੇ ਆਇਓ ਸੁਣਨ ਪੜ੍ਹਨ ਕੋ ਬਾਣੀ। ਇਹ ਨਾਮ ਨਾਲ ਜੁੜਨ ਵਾਸਤੇ ਆਪਾਂ ਸਮਾਗਮ ਕਰਦੇ ਹਾਂ, ਅਤੇ ਨਾਮ ਨੂੰ ਗ੍ਰਹਿਣ ਕਰਨ ਦਾ ਇੱਕੋ ਇੱਕ ਤਰੀਕਾ ਕਿ ਪੰਜਾਂ ਪਿਆਰਿਆਂ ਦੇ ਰਾਹੀਂ ਗੁਰੂ ਕਾ ਅੰਮ੍ਰਿਤ ਛਕੀਏ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਲੜ ਲੱਗੀਏ। ਤੁਹਾਡਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾਲ। ਸਤਿ ਸ੍ਰੀ ਅਕਾਲ।